ਸਤਿ ਸ਼੍ਰੀ ਅਕਾਲ ਜੀ, ਸਵਾਗਤ ਸਾਰਿਆਂ ਦਾ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ। ਇਸ ਪ੍ਰੋਗਰਾਮ ਵਿੱਚ ਅੱਜ ਅਸੀਂ ਸੱਦਾ ਦਿੱਤਾ ਹੈ ਜੀ ਮਿਡਵੇ ਤੋਂ ਜਗਜੀਤ ਜੀ ਨੂੰ, ਜਿਹੜੇ ਤੁਸੀਂ ਬਹੁਤ ਦੇਰ ਤੋਂ ਉਹਨਾਂ ਨੂੰ ਜਾਣਦੇ ਵੀ ਹੋ, ਸੁਣਦੇ ਵੀ ਆ ਰਹੇ ਹੋ, ਉਹਨਾਂ ਦੇ ਐਕਸਪੀਰੀਅੰਸ ਸਦਕੇ ਕਾਫੀ ਕੁਝ ਸਿੱਖਦੇ ਵੀ ਆ ਰਹੇ ਹੋ। ਕਿਉਂਕਿ ਹਰ ਕੋਈ ਸਾਡਾ ਦਰਸ਼ਕ ਮੋਸਟਲੀ ਇਹ ਜਾਣਦੇ ਨੇ ਵੀ ਮਿਡਵੇ ਇੱਕ ENZRA ਜਿਹੜੇ ਮੈਂਬਰ ਨਿਊਜ਼ੀਲੈਂਡ ਐਜੂਕੇਸ਼ਨ ਵੱਲੋਂ ਮਾਨਤਾ ਪ੍ਰਾਪਤ ਜਿਹੜੀ ਇੱਕ ਬਾਡੀ ਹੈ, ਉਹਨਾਂ ਵੱਲੋਂ ਜਿਹੜੇ 15 ਕੁ ਮੇਰੇ ਖਿਆਲ ਨਾਮ ਸੀਗੇ, ਉਹਨਾਂ ਵਿੱਚੋਂ ਇੱਕ ਨਾਮ ਨੇ ਜਿਹੜੇ ਕਿ ਬਹੁਤ ਹੀ ਐਕਸਪੀਰੀਅੰਸ ਰੱਖਦੇ ਆ ਨਿਊਜ਼ੀਲੈਂਡ ਵੇਲੇ ਆਪਣਾ। ਅੱਜ ਵੀ ਖਾਸ ਜਿਹੜੀ ਕਨਫਿਊਜ਼ਨ, ਜਿਹੜੇ ਡਾਊਟਸ ਕੁਛ ਮਨ ਦੇ ਵਿੱਚ ਆ ਰਹੇ ਸੀ ਸਟੂਡੈਂਟਸ ਦੇ, ਉਹਨਾਂ ਦੇ ਪੇਰੈਂਟਸ ਦੇ, ਵੀ ਕੀ ਨਿਊਜ਼ੀਲੈਂਡ ਦੇ ਵਿੱਚ ਹੋ ਰਿਹਾ ਹੈ, ਕਿ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ, ਕੋਰਸਿਸ ਕਿੱਦਾਂ ਦੇ ਨੇ, ਹਰ ਇਨਫੋਰਮੇਸ਼ਨ ਸ਼ੇਅਰ ਕਰਨ ਲਈ ਖਾਸ ਕਰ ਉਹਨਾਂ ਨੂੰ ਸੱਦਾ ਦਿੱਤਾ ਗਿਆ। ਪਹਿਲੇ ਸਵਾਗਤ ਕਰ ਦਈਏ ਉਹਨਾਂ ਦਾ। ਜਗਜੀਤ ਜੀ ਬਹੁਤ ਬਹੁਤ ਸਵਾਗਤ। ਥੈਂਕ ਯੂ ਸੋ ਮਚ। ਮਿਡਵੇ ਦੀ ਹਮੇਸ਼ਾ ਕੋਸ਼ਿਸ਼ ਇਹੀ ਰਹੀ ਹੈ, ਅਲੱਗ-ਅਲੱਗ ਸਮੇਂ ਉਪਰਾਲਾ ਕੀਤਾ ਜਾਂਦਾ, ਚਾਹੇ ਸੈਮੀਨਾਰਸ ਦੇ ਜ਼ਰੀਏ, ਚਾਹੇ ਉਹ ਖੁਦ ਆਉਂਦੇ ਨੇ ਜਾਂ ਆਪਣੇ ਜਲੰਧਰ ਅੰਮ੍ਰਿਤਸਰ ਆਫਿਸ ਦੇ ਵਿੱਚ ਬੱਚਿਆਂ ਨੂੰ ਮਿਲ ਕੇ, ਜਾਂ ਸ਼ੋਅਜ਼ ਦੇ ਵਿੱਚ ਆ ਕੇ ਇੱਕ ਸਹੀ ਇਨਫੋਰਮੇਸ਼ਨ ਪਹੁੰਚਾਉਣ ਦੇ ਜਿਹੜੀ ਉਹਨਾਂ ਦਾ ਉਪਰਾਲੇ ਦਾ ਜ਼ਰੀਆ, ਉਹ ਹਮੇਸ਼ਾ ਹੀ ਜਿਹੜਾ ਚੱਲਦਾ ਆ ਰਿਹਾ। ਅੱਜ ਵੀ ਇਸੇ ਸਦਕੇ ਪਹਿਲਾ ਸਵਾਲ ਮੇਰਾ ਉਹਨਾਂ ਤੱਕ ਇਹੀ ਰਹੇਗਾ, ਇੱਕ ਨਿਊਜ਼ੀਲੈਂਡ ਬਹੁਤ ਵਧੀਆ ਕੰਟਰੀ, ਕੁਆਲਿਟੀ ਆਫ ਐਜੂਕੇਸ਼ਨ, ਨੰਬਰ ਆਫ ਕੋਰਸਿਸ, ਹਰ ਚੀਜ਼ ਅਵੇਲੇਬਲ ਹੈ। ਇੰਨੀ ਅਵੇਅਰਨੈਸ ਦੇਣ ਦੇ ਬਾਵਜੂਦ ਹੁਣ ਲਾਸਟ ਵੀ ਇਹਨਾਂ ਨੇ ਮੈਗਾ ਸੈਮੀਨਾਰਸ ਕੀਤੇ, ਮੈਗਾ ਜਿਹੜੇ ਐਜੂਕੇਸ਼ਨ ਫੇਅਰਸ ਕੀਤੇ, ਬਟ ਜਦੋਂ ਉੱਥੇ ਵੀ ਇਹਨਾਂ ਨੂੰ ਬੱਚੇ ਮਿਲਦੇ ਨੇ ਜਿਹੜੇ ਰਿਜੈਕਸ਼ਨਸ ਲਗਵਾ ਚੁੱਕੇ ਨੇ, ਅੱਛੀਆਂ ਪ੍ਰੋਫਾਈਲ ਸੀਗੀਆਂ, ਬੱਚੇ ਦੀ ਗਲਤੀ ਨਹੀਂ ਦੇਖਦੇ, ਕਿਵੇਂ ਦਾ ਲੱਗਦਾ ਹੈ ਤੇ ਰੀਜ਼ਨ ਕੀ ਦੇਖਦੇ ਨੇ ਉਹਦੇ ਪਿੱਛੇ, ਰਿਜੈਕਸ਼ਨਸ ਲੱਗ ਕਿਉਂ ਰਹੀਆਂ ਨੇ, ਕਿੱਥੇ ਗਲਤੀ ਰਹਿ ਰਹੀ ਹੈ, ਕੀ ਕਹਿਣਾ ਜਗਜੀਤ ਜੀ? ਸਰ ਅਮਨਦੀਪ ਜੀ, ਇਹਦੇ ਵਿੱਚ ਇਹ ਹੈ ਕਿ ਦੇਖੋ ਸਭ ਨੂੰ ਇਹ ਪਤਾ ਹੈ ਕਿ ਪਿਛਲੇ 7-8 ਮਹੀਨੇ ਦੇ ਕੀ ਹੋਇਆ, ਏਜੰਟ ਜਿਹੜੇ ਇੱਕ ਵਿਦਆਊਟ ਆਇਲਸ ਵਾਲਾ ਇੱਕ ਲਹਿਰ ਚੱਲ ਪਈ ਸੀ ਕਿ ਕਿਸੇ ਨੂੰ ਨਹੀਂ ਸੀ ਵਿਦਆਊਟ ਆਇਲਸ ਨਹੀਂ ਚਾਹੀਦਾ ਵੀ ਨਿਊਜ਼ੀਲੈਂਡ 'ਚ ਫਾਈਲਾਂ ਲਗਾਈ ਜਾਓ, ਕੋਈ ਉੱਥੇ ਇੰਗਲਿਸ਼ ਮਾਰਕਸ ਦੀ ਕੋਈ ਸਪੈਸੀਫਿਕੇਸ਼ਨ ਨਹੀਂ ਸੀ। ਕਈ ਪ੍ਰਾਈਵੇਟ ਕਾਲਜਸ ਨੇ ਅੰਧਾਧੁੰਦ ਆਫਰ ਲੈਟਰ ਵੀ ਵੰਡੇ ਨੇ, ਕਾਲਜਸ ਦੀ ਵੀ ਗਲਤੀਆਂ ਸੀ ਉਹਦੇ ਵਿੱਚ। ਕਈ ਏਜੰਟਸ ਜਿਹੜੇ ਆ ਜੋ ਕਿ ਇੱਕ ਸਪੈਸ਼ਲਾਈਜ਼ ਕੁਝ ਨਹੀਂ ਕਰਦੇ, ਜਦੋਂ UK ਇੱਕ ਆ ਜਾਂਦਾ UK ਕਰਨ ਲੱਗ ਜਾਂਦੇ ਨੇ, ਜਦੋਂ ਆਸਟ੍ਰੇਲੀਆ ਥੋੜਾ ਜਿਹਾ ਫਲੈਕਸੀਬਲ ਆਸਟ੍ਰੇਲੀਆ ਕਰਨ ਲੱਗ ਜਾਂਦੇ ਨੇ, ਜਦੋਂ ਨਿਊਜ਼ੀਲੈਂਡ ਹੁਣ ਵਿਦਆਊਟ ਆਇਲਸ ਦੇਖਿਆ, ਨਿਊਜ਼ੀਲੈਂਡ ਸ਼ੁਰੂ ਹੋ ਗਏ ਵਿਦਆਊਟ ਆਇਲਸ, ਉਹਦੇ ਵਿੱਚ ਸਟੂਡੈਂਟਸ ਨੂੰ ਕਾਫੀ ਨੁਕਸਾਨ ਭੁਗਤਣਾ ਪਿਆ। ਸਟੂਡੈਂਟ ਜਿਹੜਾ ਹੁੰਦਾ ਬੇਸਿਕਲੀ ਉਹਨੂੰ ਇੰਨੀ ਅਵੇਅਰਨੈਸ ਹੁੰਦੀ ਨਹੀਂ ਹੈ, ਉਹ ਬੇਸਿਕਲੀ ਡਿਪੈਂਡੈਂਟ ਹੁੰਦਾ ਹੈ ਜਿਹੜਾ ਉਹਦਾ ਕੰਸਲਟੈਂਟ ਤੋਂ। ਉਹ ਇਹੀ ਸੋਚਦਾ ਹੈ ਅਗਰ ਕੋਈ ਸਟੂਡੈਂਟ ਮੇਰੇ ਕੋਲ ਆ ਰਿਹਾ ਹੈ, ਕਿਸੇ ਕੰਸਲਟੈਂਟ ਤੋਂ ਜਾ ਰਿਹਾ, ਉਹਦੀ ਐਕਸਪੈਕਟੇਸ਼ਨ ਇਹ ਹੈ ਕਿ ਜਿਹੜਾ ਕੰਸਲਟੈਂਟ ਹੈ ਬੇਸਿਕਲੀ ਉਹਨੂੰ ਰਾਈਟ ਗਾਈਡੈਂਸ ਦੇਗਾ। ਕਈ ਵਾਰ ਤਾਂ ਜਿਹੜੇ ਕੰਸਲਟੈਂਟ ਬੇਸਿਕਲੀ ਮੈਨੂੰ ਉਹਨਾਂ ਦੀ ਗਲਤੀ ਜ਼ਿਆਦਾ ਲੱਗਦੀ ਹੈ ਕਿਉਂਕਿ ਉਹਨਾਂ ਨੇ ਪ੍ਰੋਪਰ ਅਸੈਸਮੈਂਟ ਕੀਤੀ ਨਹੀਂ ਐਪਲੀਕੇਸ਼ਨਸ ਦੀ, ਔਰ ਕਾਫੀ ਸਾਰੀ ਰਿਜੈਕਸ਼ਨਸ ਮਾਰਕੀਟ 'ਚ ਹੁਣ ਅਗਰ ਦੇਖਣ ਨੂੰ ਮਿਲ ਰਹੀਆਂ ਪਿਛਲੇ 6 ਮਹੀਨੇ ਤੇ ਮੈਂ ਦੇਖਿਆ 6-8 ਮਹੀਨੇ ਤੇ, ਉਹ ਸਾਰੀ ਵਿਦਆਊਟ ਆਇਲਸ ਵਾਲੀ ਐਪਲੀਕੇਸ਼ਨਸ ਆ ਜਿਹਦੇ ਵਿੱਚ ਸਟੂਡੈਂਟ ਦਾ ਕੋਈ ਪ੍ਰੋਫਾਈਲ, ਕੋਈ ਰਿਲੇਵੈਂਸੀ, ਕੋਈ ਚੈੱਕ ਨਹੀਂ ਕੀਤਾ ਹੈ, ਕੋਰਸ ਸਿਰਫ ਬਿਜ਼ਨਸ IT ਆਫਰ ਕੀਤਾ ਗਿਆ ਹੈ। ਫੰਡਸ ਦੇ ਵੀ ਪ੍ਰੋਪਰ ਗਾਈਡੈਂਸ ਨਹੀਂ ਹੋਈ, ਫੇਕ ਫੰਡਸ ਦੇ ਕਾਫੀ ਅਰੇਂਜਮੈਂਟਸ ਹੋਏ ਨੇ, ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੋਂ ਫੰਡਸ ਅਰੇਂਜ ਕਰਕੇ ਉਹਨਾਂ ਦੀ ਫੰਡ ਸ਼ੋ ਕੀਤੇ ਹੋਏ ਨੇ ਜਿਹੜੇ ਕਿ ਬਾਅਦ 'ਚੋਂ ਵੈਰੀਫਾਈ ਨਹੀਂ ਹੋਏ, ਰੈਲੇਵੈਂਟ ਕੋਰਸ ਨਹੀਂ ਦਿੱਤਾ ਹੈ, ਇਹ ਸਭ ਕਾਫੀ ਰਿਜੈਕਸ਼ਨਸ। ਔਰ ਮੈਂ ਇੱਕ ਗੱਲ ਅੱਛੀ ਦੱਸਾਂਗਾ ਕਿ ਨਿਊਜ਼ੀਲੈਂਡ ਹਾਈ ਕਮਿਸ਼ਨ ਜਿਹੜਾ ਹੈ ਅਗਰ ਕੋਈ ਫਾਈਲ ਰਿਜੈਕਟ ਹੋਈ ਹੈ ਉਹਨੂੰ ਦੁਬਾਰਾ ਰੀਲੁੱਕ ਕਰਨ ਵਾਸਤੇ ਹਮੇਸ਼ਾ ਤਿਆਰ ਰਹਿੰਦਾ। ਬਾਕੀ ਹਾਈ ਕਮਿਸ਼ਨਸ ਮੈਂ ਦੇਖਿਆ ਕਿ ਥੋੜਾ ਐਡਮੈਂਟ ਹੈ ਇਸ ਕੇਸ ਤੇ ਕਿ ਅਗਰ ਤੁਸੀਂ ਇੱਕ ਵਾਰ ਰਿਜੈਕਟ ਹੋ ਗਿਆ ਦੁਬਾਰਾ ਨਹੀਂ ਅਪਲਾਈ ਕਰ ਸਕਦੇ, ਬਟ ਇਨ ਕੇਸ ਆਫ ਨਿਊਜ਼ੀਲੈਂਡ ਜਿਹੜਾ ਹੈ, ਤੁਸੀਂ ਅਗਰ ਫॉर ਐਗਜ਼ਾਮਪਲ ਕਿਸੇ ਰੋਂਗ ਰੀਜ਼ਨ ਤੇ ਤੁਸੀਂ ਤੁਹਾਡੀ ਰਿਜੈਕਸ਼ਨ ਹੋਈ ਹੈ, ਤੁਸੀਂ ਉਸ ਰਿਜੈਕਸ਼ਨ ਜਿਹੜਾ ਉਹ ਸਬਜੈਕਟ ਸੀ, ਜਿਹੜਾ ਉਹ ਰੀਜ਼ਨ ਸੀ, ਉਹਨੂੰ ਕਲੈਰੀਫਾਈ ਕਰਕੇ ਦੁਬਾਰਾ ਰੀਅਪਲਾਈ ਕਰ ਸਕਦੇ ਹੋ ਤੁਸੀਂ। ਔਰ ਉਹਦੇ ਵਿੱਚ ਕਾਫੀ ਸਾਰੇ ਅਪਰੂਵਲਸ ਵੀ ਹੁਣ ਰੀਸੈਂਟਲੀ ਆਏ ਨੇ ਪੰਜਾਬ ਕੇਸਿਸ ਦੇ, ਜਿਹੜੇ ਅਸੀਂ ਉਸ ਏਰੀਆ ਨੂੰ, ਉਸ ਰੀਜ਼ਨ ਨੂੰ, ਉਹਨੂੰ ਐਡਰੈਸ ਅਸੀਂ ਕੀਤਾ, ਉਹਦਾ ਰੀਜ਼ਨਸ ਅਸੀਂ ਦਿੱਤੇ, ਉਹਨੂੰ ਇੰਪਰੂਵ ਕੀਤਾ ਜਾਂ ਫਰਦਰ ਕਲੈਰੀਫਿਕੇਸ਼ਨਸ ਦਿੱਤੀ, ਫਰਦਰ ਉਹਨਾਂ ਨੂੰ ਕੋਈ ਡਾਕੂਮੈਂਟੇਸ਼ਨ ਹੋਰ ਦਿੱਤੀ ਹੈ ਤਾਂ ਫਾਈਲਸ ਜਿਹੜੀ ਹੈ ਅਪਰੂਵ ਹੋਈਆਂ। ਕਿਸ ਤਰ੍ਹਾਂ ਦੇ ਕੇਸਿਸ ਸੀਗੇ, ਕਿਸ ਤਰ੍ਹਾਂ ਦੀ ਪ੍ਰੋਫਾਈਲਸ, ਕੀ ਗਲਤੀਆਂ ਸੀ ਉਹਨਾਂ ਦੇ ਵਿੱਚ ਜਿਹਦੇ ਕਰਕੇ ਰਿਜੈਕਸ਼ਨ ਲੱਗੀ? ਮੈਜੋਰਿਟੀ ਜਿਵੇਂ ਮੈਂ ਪ੍ਰੀਵੀਅਸਲੀ ਦੱਸ ਚੁੱਕਾ ਹਾਂ ਕਿ ਉਹਦੇ ਵਿੱਚ ਜਾਂ ਤਾਂ ਆਇਲਸ ਨਹੀਂ ਸੀ, ਇੰਗਲਿਸ਼ ਦੀ ਪ੍ਰੋਪਰ ਅਸੈਸਮੈਂਟ ਨਹੀਂ ਹੋਈ ਸੀ। ਮੈਂ ਇਹੀ ਪ੍ਰੋਫਾਈਲਸ ਦੀ ਗੱਲ ਕਰਦਾ, ਜਿਵੇਂ ਹੁਣ ਤੁਸੀਂ ਜਿਨ੍ਹਾਂ ਦੇ ਵੀਜ਼ਾਸ ਲਏ ਨੇ, ਵੀਜ਼ਾਸ ਜਿਹੜੇ ਮੇਨਲੀ ਹੋਈ ਸੀ ਕਿ ਰਾਈਟ ਕੋਰਸ ਨਹੀਂ ਦਿੱਤਾ ਹੈ ਸੀ ਉਹਨਾਂ ਨੂੰ ਜੀ। ਉਹਦੇ ਬਾਅਦ ਉਹਨਾਂ ਨੇ ਫॉर ਐਗਜ਼ਾਮਪਲ ਕਿਸੇ ਨੇ 12th ਦੇ ਬਾਅਦ ਮੈਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਸੀ, ਮੈਕੈਨੀਕਲ ਨੂੰ ਹਾਈਡ ਕਰ ਦਿੱਤਾ ਗਿਆ ਕਿਉਂਕਿ ਮੈਕੈਨੀਕਲ ਰਿਲੇਟਡ ਫਰਦਰ ਉਹਨਾਂ ਨੂੰ ਪਤਾ ਨਹੀਂ ਹੈ ਜੇ ਏਜੰਟਾਂ ਨੂੰ, ਉਹਨੂੰ ਡਿਪਲੋਮਾ ਨੂੰ ਹਾਈਡ ਕਰਤਾ, ਉਹਨੂੰ ਡਿਪਲੋਮਾ ਇੱਕ IT ਦਾ ਬਣਾ ਕੇ ਉਹਨੂੰ IT ਕੋਰਸ ਦੇ ਦਿੱਤਾ, ਉਹਦੀ ਰਿਜੈਕਸ਼ਨ ਆ ਗਈ ਕਿਉਂਕਿ ਇੰਟਰਵਿਊ ਜਿਹੜਾ ਜਿੰਨੇ ਵੀ ਇੰਟਰਵਿਊ ਲਿੱਤਾ ਵੀਜ਼ਾ ਆਫਿਸਰ ਨੇ ਉਹਨੂੰ IT ਰਿਲੇਟਡ ਕੁਐਸਚਨਸ ਪੁੱਛੇ ਤਾਂ ਸਟੂਡੈਂਟ ਨੂੰ ਵੈਸੇ ਹੀ ਨਹੀਂ ਪਤਾ ਹੋਣਾ ਸੀ ਕੁਝ IT ਦਾ ਕਿਉਂਕਿ ਡਿਪਲੋਮਾ ਐਕਸਚੇਂਜ ਸੀ। ਇਹੀ ਕੇਸਿਸ ਤੇ ਅਸੀਂ ਉਹਦੀ ਜੈਨੂਇਨ ਡਾਕੂਮੈਂਟਸ ਜਿਹੜੇ ਉਹ ਪ੍ਰੋਡਿਊਸ ਕੀਤੇ, ਮੈਕੈਨੀਕਲ ਇੰਜੀਨੀਅਰ, ਉਹਦਾ ਰਿਲੇਵੈਂਟ ਕੋਰਸ ਦਿੱਤਾ ਨਿਊਜ਼ੀਲੈਂਡ ਵਿੱਚ, ਤਾਂ ਉਹਦਾ ਵੀਜ਼ਾ ਈਜ਼ੀਲੀ ਆ ਗਿਆ, ਕੋਈ ਪ੍ਰੋਬਲਮ ਨਹੀਂ ਆਈ। ਇਹ ਲੈਕ ਆਫ ਨੌਲੇਜ, ਲੈਕ ਆਫ ਅਵੇਅਰਨੈਸ, ਅਸੀਂ ਹਮੇਸ਼ਾ ਜਗਜੀਤ ਜੀ ਗੱਲ ਕਰਦੇ ਆਂ ਵੀ ਬੱਚਾ ਅਵੇਅਰ ਨਹੀਂ ਹੈ। ਅਵੇਅਰ ਹੋਏਗਾ ਕਿੱਥੋਂ? ਏਜੰਟ ਜਿਹੜਾ ਬਣਿਆ ਬੈਠਾ ਉਹ ਖੁਦ ਹੀ ਅਵੇਅਰ ਨਹੀਂ ਹੈ, ਉਹਨੂੰ ਖੁਦ ਹੀ ਨਹੀਂ ਪਤਾ, ਟਾਈ ਅਪਸ ਨਹੀਂ ਹੈ ਜਾਂ ਉਹਨੂੰ ਨੌਲੇਜ ਨਹੀਂ ਹੈ। ਅੱਜ ਵੀ
ਟ੍ਰੇਨਡ ਏਜੰਟਸ ਬਹੁਤ ਜ਼ਿਆਦਾ ਹੋਏ ਆ, ਚਲੋ ਵਧੀਆ ਗੱਲ ਹੈ, ਐਗਜ਼ਾਮ ਪਾਸ ਕੀਤਾ ਟ੍ਰੇਨਡ ਏਜੰਟ ਦਾ, ਕਿਸੇ ਨੂੰ ਜੇ ਕੁਝ ਮਿਲੇ ਆ ਸਰਟੀਫਿਕੇਟ, ਉਹ ਐਗਜ਼ਾਮ ਹੀ ਨਹੀਂ ਹੈ ਸਰ, ਉਹਦੇ ਵਿੱਚ ਤਾਂ ਕੋਈ ਫੇਲ ਹੀ ਨਹੀਂ ਹੁੰਦਾ, ਤਾਂ ਐਗਜ਼ਾਮ ਹੀ ਨਹੀਂ ਹੈ, ਉਹ ਤਾਂ ਆਨਲਾਈਨ ਇੱਕ ਟ੍ਰੇਨਿੰਗ ਮੋਡਿਊਲ ਆ, ਜਿਹੜੇ ENZTA ਕਹਿੰਦੇ ਨੇ, ਆਨਲਾਈਨ ਇੱਕ ਟ੍ਰੇਨਿੰਗ ਆ, ਉਹਦੇ ਵਿੱਚ ਕੋਈ ਖਾਸ ਹੀ ਨਹੀਂ ਹੈ, ਤੁਸੀਂ ਉਹਨੂੰ 50 ਵਾਰ ਵੀ ਕਰਕੇ ਉਹਨੂੰ ਪਾਸ ਕਰ ਸਕਦੇ ਹੋ। ਮੈਂ ਇਹੀ ਸਵਾਲ ਤੇ ਆਉਣਾ ਚਾਹੁੰਦਾ ਸੀ, ਇੱਕ ENZTA ਟ੍ਰੇਨਡ ਏਜੰਟ, ENZRA, ਇਹਨੂੰ ਕਾਫੀ ਕਨਫਿਊਜ਼ਨ ਜਿਹੜੀ ਲੱਗ ਰਹੀ ਹੈ ਜਿਹੜੇ ਸਟੂਡੈਂਟਸ ਨੂੰ, ਉਹਨਾਂ ਦੇ ਪੈਰੈਂਟਸ ਨੂੰ, ਇਹ ਬੇਸਿਕਲੀ ਕੀ ਫਰਕ ਕੀ ਹੈ ਦੋਨਾਂ ਦਾ? ਬੇਸਿਕਲੀ ਕਨਫਿਊਜ਼ਨ ਜਿਹੜੀ ਐਜੂਕੇਸ਼ਨ ਨਿਊਜ਼ੀਲੈਂਡ ਨੇ ਹੀ ਕ੍ਰੀਏਟ ਕੀਤੀ ਹੈ। ਅਸੀਂ ਬਾਰ-ਬਾਰ ਉਹਨਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਐਜੂਕੇਸ਼ਨ ਜਿਹੜਾ ਐਜੂਕੇਸ਼ਨ ਨਿਊਜ਼ੀਲੈਂਡ ਰਿਕੋਗਨਾਈਜ਼ਡ ਏਜੰਟ ਆ, ਰਿਕੋਗਨਾਈਜ਼ਡ ENZRA ਰਿਕੋਗਨਾਈਜ਼ਡ ਏਜੰਟ ਆ, ਬੇਸਿਕਲੀ ਇਹਨਾਂ ਦੇ ਕੋਲ ਮਾਨਿਅਤਾ ਹੈ। ਇਹ ਜਿਹੜੇ ਆ ਏਜੰਟਸ ਇਹਨਾਂ ਨੂੰ ਰეკਮੈਂਡ ਕੀਤਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ, ਨਿਊਜ਼ੀਲੈਂਡ ਹਾਈ ਕਮਿਸ਼ਨ ਨੇ, ਪਲੱਸ ਐਜੂਕੇਸ਼ਨ ਨਿਊਜ਼ੀਲੈਂਡ ਨੇ ਪੂਰੀ ਮਾਰਕੀਟ ਸਰਵੇ ਕੀਤੇ, ਇਹਨਾਂ ਨੂੰ ਬਣਾਇਆ ਹੈ। ਉਹਦੇ ਵਿੱਚ ਜਿਹੜੀ ਅਸੈਸਮੈਂਟ ਹੋਈ ਹੈ ਉਹ ਕੁਆਲਿਟੀ ਪਲੱਸ ਕੁਆਂਟੀਟੀ ਦੋਨਾਂ ਨੂੰ ਮਿਲਾ ਕੇ ਅਸੈਸਮੈਂਟ ਹੋਈ ਹੈ, ਠੀਕ ਹੈ। ਬਟ ਜਿਹੜੇ ENZTA ਜਿਹੜੇ ਹਰ ਬੰਦਾ ਅੱਜਕੱਲ ਕਹਿੰਦਾ ਫਿਰ ਰਿਹਾ ਕਿ ਮੇਰੇ ਕੋਲ ਸਰਟੀਫਿਕੇਟ ENZTA, ਉਹ ਹਰ ਕੋਈ ਬਣ ਸਕਦਾ, ਤੁਸੀਂ ਵੀ ਆਨਲਾਈਨ ਹੁਣ ਕਰਕੇ ENZTA ਬਣ ਸਕਦੇ ਹੋ, ਠੀਕ ਹੈ। ਉਹਦੇ ਵਿੱਚ ਕੋਈ ਕ੍ਰਾਈਟੇਰੀਆ ਨਹੀਂ ਹੈ, ਨਾ ਤਾਂ ਕੁਆਲਿਟੀ ਦੀ ਅਸੈਸਮੈਂਟ, ਨਾ ਕੁਆਂਟੀਟੀ ਦੀ ਅਸੈਸਮੈਂਟ, ਨਾ ਕਿਸੇ ਦਾ ਰੈਫਰਲ, ਨਾ ਕੁਝ। ਆਨਲਾਈਨ ਇੱਕ ਮੋਡਿਊਲ ਹੈ, ਤੁਸੀਂ ਪਾਸ ਕਰਕੇ ਤੁਸੀਂ ENZTA ਕਰਦੇ ਹੋ। ਬਟ ਇੱਕ ਚੀਜ਼ ਜਗਜੀਤ ਜੀ, ਇੱਕ ਐਕਸਪੀਰੀਅੰਸ ਜਿਹੜਾ ENZRA ਮੈਂਬਰ ਦਾ ਜਿਹਨੂੰ ਸਾਰਾ ਰਿਸਰਚ ਕਰਕੇ ਫਿਰ ਇੱਕ ਆਥੋਰਾਈਜੇਸ਼ਨ ਦਿੱਤੀ ਗਈ ਹੈ, ਇੱਕ ENZTA, ਬਟ ਇੱਕ ਜਦੋਂ ਬੱਚਾ ਨਿਕਲਦਾ ਉਹਦੇ ਲਈ ਦੋਨੋਂ ਬਰਾਬਰ ਹੋ ਜਾਂਦੇ ਕਿਉਂਕਿ ਉਹਨੂੰ ਨੌਲੇਜ ਨਹੀਂ ਹੈ ਆਥੋਰਾਈਜੇਸ਼ਨ ਕੀ ਹੈ। ਐਡਵਾਂਟੇਜ ENZRA ਮੈਂਬਰ ਕੋਲ ਆਉਣ ਦੀ ਕੀ ਹੈ ਤੇ ਡਿਸਐਡਵਾਂਟੇਜ ENZTA ਜਾਂ ਏਜੰਟ, ਜਿਹੜਾ ਏਜੰਟ ਉਹਨੂੰ ਸਿਰਫ ਐਗਜ਼ਾਮ ਪਾਸ ਕੀਤਾ ਜਿਹਨੂੰ ਨੌਲੇਜ ਨਹੀਂ ਹੈ ਨਿਊਜ਼ੀਲੈਂਡ ਦੀ, ਸਿਰਫ ਕਾਉਂਸਲਰ ਤੇ ਡਿਪੈਂਡ ਹੈ, ਕੀ ਡਿਸਐਡਵਾਂਟੇਜ ਦੇਖ ਸਕਦੇ? ਮੈਂ ਇਸ ਕੇਸ ਤੇ ਮੈਂ ENZRA ਜਾਂ ਮਿਡਵੇ ਤੇ ਆਉਣ ਦਾ ਮੈਂ ਐਡਵਾਂਟੇਜ ਦਵਾਂਗਾ, ਕਿਸੇ ਦੇ ਬਾਰੇ ਮੈਂ ਹੋਰ ਕਮੈਂਟ ਨਹੀਂ ਕਰਾਂਗਾ। ਬਟ ਅਗਰ ਤੁਸੀਂ ਮਿਡਵੇ ਨੂੰ ਅਪਰੋਚ ਕਰ ਰਹੇ ਹੋ ਵਿਚ ਇਜ਼ ENZRA ਮੈਂਬਰ, ਰਿਕੋਗਨਾਈਜ਼ਡ ਮੈਂਬਰ, ਠੀਕ ਹੈ। ਪਹਿਲਾਂ ਵੀ ਅਸੀਂ NZSA ਮੈਂਬਰ ਸੀ, ਨਿਊਜ਼ੀਲੈਂਡ ਸਪੈਸ਼ਲਿਸਟ ਏਜੰਸੀ, ਔਰ ਅਸੀਂ ਨਿਊਜ਼ੀਲੈਂਡ ਇੰਡਸਟਰੀ ਵਿੱਚ ਹੀ ਨਿਊਜ਼ੀਲੈਂਡ ਨੂੰ ਸਿਰਫ 8 ਸਾਲ ਤੋਂ ਹੀ ਪ੍ਰਮੋਟ ਕਰ ਰਹੇ, ਸਿਰਫ ਨਿਊਜ਼ੀਲੈਂਡ ਨੂੰ। ਜਿਵੇਂ ਪਿੱਛੇ ਗਿਆ ਕਿ ਏਜੰਟਸ ਜਦੋਂ UK ਚੱਲ ਜਾਂਦਾ UK ਕਰਦੇ, ਆਸਟ੍ਰੇਲੀਆ ਚੱਲ ਜਾਂਦਾ ਆਸਟ੍ਰੇਲੀਆ, US ਚੱਲ ਜਾਂਦਾ US, ਔਰ ਨਿਊਜ਼ੀਲੈਂਡ ਵਿਦਆਊਟ ਸਾਰੀ ਫਾਈਲਾਂ ਪਾਤੀ, ਪਤਾ ਨਹੀਂ ਕਿੰਨੇ ਅਪਰੂਵਲ ਆਏ, ਕੁਛ ਨਹੀਂ, 100 ਵਿੱਚੋਂ 10 ਆਏ ਹੋਣੇ, ਉਹਦੇ 'ਚ ਹੀ ਗੁਣਗਾਤਾ ਕਿ ਭਈਆ ਮੇਰੇ ਤੋਂ ਸਾਰੇ ਅਪਰੂਵਲ ਹੋ ਗਏ ਨੇ, ਇਹ ਸਭ ਚੀਜ਼ਾਂ ਹੈ। ਹੁਣ ਬੇਸਿਕਲੀ ਸਾਡੇ ਵਾਸਤੇ 2014 ਵਾਸ ਅ ਗ੍ਰੇਟ ਈਅਰ, ਬਹੁਤ ਹੀ ਇੰਟਰਸਟਿੰਗ ਐਕਸਾਈਟਿੰਗ ਈਅਰ ਹੈ। ਜੋ ਅਸੀਂ ਨੰਬਰਸ ਅਚੀਵ ਕੀਤੇ ਨੇ 2014 ਵਿੱਚ, ਅਸੀਂ ਜ਼ਿੰਦਗੀ 'ਚ ਵੀ ਨਹੀਂ ਸੋਚਿਆ ਸੀ। ਜਿਹੜਾ ਮੈਂ ਸਕਸੈਸ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ ਫਾਈਲ ਜਿਹੜੀ ਪਾਈ ਹੈ, ਸਕਸੈਸ ਮੈਂ ਕਹਿ ਰਿਹਾ ਮੈਂ ਪਰਸਨਲੀ ਕਰੀਬ 500 ਵੀਜ਼ਾ ਸਕਸੈਸਫੁਲੀ ਪ੍ਰੋਸੈਸ ਕਰ ਚੁੱਕੇ ਹਾਂ ਨਿਊਜ਼ੀਲੈਂਡ ਦੇ ਇਸ ਸਾਲ ਵਿੱਚ, ਜੋ ਕਿ ਬਹੁਤ ਵੱਡਾ ਨੰਬਰ ਹੈ, ਬਹੁਤ ਵੱਡਾ ਨੰਬਰ ਹੈ। 500 ਵੀਜ਼ਾ ਪ੍ਰੋਸੈਸ ਕਰ ਚੁੱਕਾ ਹੈ ਜਨਵਰੀ ਤੋਂ ਲੈ ਕੇ ਦਸੰਬਰ ਤੱਕ, ਸੋ ਇਹ ਬਹੁਤ ਇੱਕ ਐਕਸਪੀਰੀਅੰਸ ਇਹਦੇ ਵਿੱਚ ਝਲਕਦਾ। 500 ਵੀਜ਼ਾ ਲੈਣਾ ਐਮਬੈਸੀ ਨਾਲ, ਉਹ ਬਹੁਤ ਔਖੀ ਗੱਲ ਹੈ ਕਿਉਂਕਿ ਹਰ ਤਰ੍ਹਾਂ ਦਾ ਕੇਸ ਆਉਣਾ, ਹਰ ਤਰ੍ਹਾਂ ਦੀ ਪ੍ਰੋਫਾਈਲ ਆਉਣੀ, ਹਰ ਤਰ੍ਹਾਂ ਦੇ ਕੋਰਸਿਸ ਦੇ ਵਿੱਚ ਬੱਚੇ ਨੂੰ ਗਾਈਡ ਕਰਨਾ। ਬਟ ਜਦੋਂ ਇੱਕ ਐਮਬੈਸੀ ਨਾਲ ENZRA ਮੈਂਬਰ ਦਾ ਰਾਬਤਾ ਹੁੰਦਾ ਹੈ, ਉਹਦੀ ਐਡਵਾਂਟੇਜ ਸਟੂਡੈਂਟ ਨੂੰ ਕੀ ਮਿਲਦੀ ਹੈ? ਸਟੂਡੈਂਟ ਨੂੰ ਇਹ ਮਿਲਦੀ ਹੈ ਕਿ ਫॉर एग्जांपल ENZRA में जो कह रहे हैं ਜਿਵੇਂ ਰਿਕੋਗਨਾਈਜ਼ਡ ਏਜੰਸੀ ਅਸੀਂ ਆ, ਇਹ ਇੱਕ ਨਿਊਜ਼ੀਲੈਂਡ ਹਾਈ ਕਮਿਸ਼ਨ ਨੇ ਵੀ ਰეკਮੈਂਡ ਕੀਤਾ, ਇਹ ਜਦੋਂ ਇਹ ਐਸੋਸੀਏਸ਼ਨ ਬਣੀ ਹੈ ਜਾਂ ਮੈਂਬਰਸ਼ਿਪ ਜਦੋਂ ਬਣੀ ਹੈ, ਨਿਊਜ਼ੀਲੈਂਡ ਹਾਈ ਕਮਿਸ਼ਨ ਨੇ ਆਪਣੀ ਰეკਮੈਂਡੇਸ਼ਨ ਦਿੱਤੀ ਹੈ ENZ ਐਜੂਕੇਸ਼ਨ ਨਿਊਜ਼ੀਲੈਂਡ ਨੇ, ਕੋਈ ਇਹ ਮੈਂਬਰ ਅਸੀਂ ਸੋਚਦੇ ਹਾਂ ਕਿ ਜਿਨ੍ਹਾਂ ਨੇ ਕੁਆਲਿਟੀ ਔਰ ਕੁਆਂਟੀਟੀ ਦੋਨੋਂ ਮੇਨਟੇਨ ਕੀਤੀ ਹੈ, ਤਾਂ ਓਬਵੀਅਸਲੀ ਉਹ ਵੀ ਨਜ਼ਰ ਤੇ ਰੱਖਦੇ ਨੇ ਕਿ ਅਗਰ ਮਿਡਵੇ ਦੀ ਕੋਈ ਫਾਈਲ ਆ ਰਹੀ ਹੈ, ਓਬਵੀਅਸਲੀ ਉਹਨੂੰ ਇੰਸ਼ੋਰ ਇਹ ਕਰਦੇ ਨੇ ਕਿ ਠੀਕ ਹੈ ਇਹਨਾਂ ਨੇ ਪ੍ਰੋਪਰ ਇਹਦੇ 'ਚ ਵੈਰੀਫਿਕੇਸ਼ਨ ਕੀਤੀ ਹੋਏਗੀ, ਪ੍ਰੋਪਰ ਤਰੀਕੇ ਨਾਲ ਇਹਨਾਂ ਨੇ ਕਾਉਂਸਲਿੰਗ ਕੀਤੀ ਹੋਏਗੀ, ਕਿਉਂਕਿ ਇਹਨਾਂ ਦਾ ਜਿਹੜਾ ਪ੍ਰੀਵੀਅਸ ਪਰਫਾਰਮੈਂਸ ਆ ਉਹ ਦਰਸਾਉਂਦਾ ਹੈ। ਜਿਹੜੇ RA ਮੈਂਬਰ ENZRA ਮੈਂਬਰ ਬਣਾਏ ਗਏ ਆ, ਇਹ ਇੱਕ ਸਟੂਡੈਂਟ ਨੂੰ ਗਾਈਡ ਕਰਨ ਲਈ ਵੈਰੀਫਾਈ ਕੀਤਾ ਗਿਆ ਵੀ ਹਾਂ ਜੇ ਨਿਊਜ਼ੀਲੈਂਡ ਜਾਣਾ ਤੇ ਇਹ ਬੰਦੇ ਵਧੀਆ ਨੇ, ਇਹਨਾਂ ਵੱਲੋਂ ਗਾਈਡੈਂਸ ਪ੍ਰੋਪਰ ਮਿਲ ਸਕਦੀ ਹੈ। ਇਹਨਾਂ ਦੇ ਨਾਮ ਵੀ ਐਜੂਕੇਸ਼ਨ ਨਿਊਜ਼ੀਲੈਂਡ ਨੇ ਵਕਾਇਦਾ ਆਪਣੇ ਵੈਬਸਾਈਟ ਤੇ ਮੈਂਸ਼ਨ ਕੀਤੇ ਨੇ ਜੀ। ਅਗਰ ਤੁਸੀਂ ਐਜੂਕੇਸ਼ਨ ਨਿਊਜ਼ੀਲੈਂਡ ਦੀ ਵੈਬਸਾਈਟ ਜਾਓਗੇ, newzealandeducated.com, ਵੈਰੀ ਸਿੰਪਲ ਜਿਹਾ, ਜਾਂ studyinNewzealand.com, studyinNewzealand.com ਤੁਸੀਂ ਕਰ ਲਓ। ਐਜੂਕੇਸ਼ਨ ਨਿਊਜ਼ੀਲੈਂਡ ਰਿਕੋਗਨਾਈਜ਼ਡ ਏਜੰਟ ਦੀ ਲਿਸਟ ਆ 15 ਮੈਂਬਰ ਦੀ, ਜਿਹੜੀ ਐਜੂਕੇਸ਼ਨ ਨਿਊਜ਼ੀਲੈਂਡ ਨੇ ਉੱਥੇ ਫਲੈਸ਼ ਕੀਤੀ ਹੈਗੀ ਬਈ ਜਿਹੜੇ ਸਟੂਡੈਂਟਸ ਨੇ ਨਿਊਜ਼ੀਲੈਂਡ ਜਾਣਾ ਹੈ ਤੁਸੀਂ ਇਹਨਾਂ ਨੂੰ ਕੰਸਲਟ ਕਰੋ। ਉਹ ਮਤਲਬ ਬੱਚਿਆਂ ਲਈ ਇੱਕ ਗਾਈਡੈਂਸ ਦਿੱਤੀ ਗਈ ਹੈ ਵੀ ਇਹ 15 ਮੈਂਬਰ ਸਰਟੀਫਾਈ ਕਰਦੇ ਆ ਮੈਂਬਰਸ, ਇਹ 15 ਜਿਹੜੇ ਟ੍ਰੇਨਡ ਆ ਸਾਡੇ ਟਰਸਟਡ ਏਜੰਟ ਜਿਹੜੇ ਸਾਡੇ ਵੱਲੋਂ ਨੇ ਕੀਤਾ ਆਪਣੇ ਆਪ ਨੂੰ ਪਹਿਲਾਂ ਵੀ, ਔਰ ਅੱਗੇ ਵੀ ਅਸੀਂ ਸਾਡੇ ਇੰਨਾ ਕੌਨਫੀਡੈਂਸ ਹੈ ਕਿ ਅੱਛੀ ਗਾਈਡੈਂਸ ਦੇਣਗੇ, ਤੁਹਾਡਾ ਵੀਜ਼ਾ ਇਹ ਸਕਸੈਸਫੁਲੀ ਪ੍ਰੋਸੈਸ ਕਰਨਗੇ। ਬੇਸਿਕਲੀ ਐਮਬੈਸੀ ਵੱਲੋਂ ਵੀ ਇਹ ਮੋਹਰ ਲੱਗੀ ਵੀ ਇਹ ਟਰਸਟਡ ਜਿਹੜੇ ਕੰਸਲਟੈਂਟ ਹੈਗੇ, ਇੱਕ ਤਰੀਕੇ ਨਾਲ ਤੁਸੀਂ ਟਰਸਟਡ ਏਜੰਟਸ ਕਹਿ ਸਕਦੇ ਹੋ। ਹਾਂਜੀ। ਹੁਣ ਗੱਲ ਕਰਦੇ ਆ ਉਹਨਾਂ ਬੱਚਿਆਂ ਦੀ ਜਿਹੜੇ ਚੇਂਜਸ ਨੂੰ ਲੈ ਕੇ ਹਮੇਸ਼ਾ ਜਾਂ ਮਿਸਮੈਚ ਆਫ ਕੋਰਸ ਨੂੰ ਲੈ ਕੇ ਸ਼ਿਕਾਰ ਹੁੰਦੇ ਰਹੇ ਨੇ, ਉਹ ਪ੍ਰੋਪਰ ਗਾਈਡੈਂਸ ਨਾ ਹੋਣ ਕਰਕੇ ਏਜੰਟ ਦਾ ਚਾਹੇ ਉਹ ਗਲਤੀ ਦੇਖ ਲਈਏ ਜਾਂ ਬੱਚੇ ਨੂੰ ਦੇਖ ਲਈਏ ਜਿਹਨੇ ਇੱਕ ਏਜੰਟ ਉਹ ਚੂਜ਼ ਕਰ ਲਿਆ ਜਿਹਨੂੰ ਖੁਦ ਨੌਲੇਜ ਨਹੀਂ ਹੈ ਨਿਊਜ਼ੀਲੈਂਡ ਬਾਰੇ। ਚੇਂਜਸ ਜਦੋਂ ਆਉਂਦੀਆਂ ਨੇ ENZRA ਮੈਂਬਰ ਕੋਲ
ਕੀ ਤਰੀਕਾ ਹੈ ਜਿਹਨੂੰ ਉਹਨੂੰ ਪ੍ਰੋਪਰ ਐਮਬੈਸੀ ਵੱਲੋਂ ਇਹ ਇਨਫੋਰਮੇਸ਼ਨ ਆਉਂਦੀ ਹੈ? ਪ੍ਰੋਪਰ ਨਿਊਜ਼ਲੈਟਰਸ ਆਉਂਦੇ ਨੇ ਜਿਹੜੇ ਨਿਊਜ਼ੀਲੈਂਡ ਹਾਈ ਕਮਿਸ਼ਨ ਸਰਕੂਲੇਟ ਕਰਦੀ ਹੈ, ਜਿਹੜੇ ENZRA ਮੈਂਬਰਸ ਕੋਲ ਆਉਂਦੇ ਨੇ, ਜਾਂ ਐਜੂਕੇਸ਼ਨ ਨਿਊਜ਼ੀਲੈਂਡ ਜਿਹੜਾ ਇੱਕ ਨਿਊਜ਼ਲੈਟਰਸ ਹਰ ਮਹੀਨੇ ਕਰਦੀ ਹੈ, ਹਰ ਦੂਸਰੇ ਮਹੀਨੇ ਕਰਦੀ ਹੈ। ਜਦੋਂ ਵੀ ਕੋਈ ਇੰਪੋਰਟੈਂਟ ਕੋਈ ਚੇਂਜ ਆਉਂਦਾ ਹੈ ਰਿਲੇਟਡ ਟੂ ਐਜੂਕੇਸ਼ਨ, ਉਹ ਸਾਰਾ ENZRA ਮੈਂਬਰਸ ਕੋਲ ਹੁੰਦਾ ਹੈ ਹਮੇਸ਼ਾ। ਔਰ ਜਿਹੜੇ ਇਨਫੋਰਮੇਸ਼ਨ ਜਿਹੜੇ ਇੰਪੋਰਟੈਂਟ ਇਨਪੁਟਸ ਹੈਗੇ ਨੇ ਉਹ ਬੇਸਿਕਲੀ ਅਸੀਂ ਵੀ ਮੈਨੇਜਰਸ ਨਾਲ ਕਰਕੇ ਫੋਨ ਕਰਕੇ ਵੀ ਡਿਸਕਸ ਕਰ ਸਕਦੇ ਹਾਂ। ਮੈਨੇਜਰਸ ਨੂੰ ਵੀ ਪਤਾ ਹੈ ਕਿ 7-8 ਸਾਲ ਤੋਂ ਨਿਊਜ਼ੀਲੈਂਡ ਵਾਸਤੇ ਕੰਮ ਕਰ ਰਹੇ ਨੇ, ਡੈਡੀਕੇਟਿਡ ਸਾਡੇ ਏਜੰਟਸ ਹੈਗੇ ਨੇ, ਟਰਸਟਡ ਏਜੰਟਸ ਹੈ, ਪਹਿਲਾਂ ਜਿਹੜੇ ਸੇ ਰਹੇ ਹੁਣ ENZ ਆ ਰਹੇ ਹੈ, ਤਾਂ ਉਹਨਾਂ ਨੂੰ ਵੀ ਕੌਨਫੀਡੈਂਸ ਆ, ਤਾਂ ਉਹ ਵੀ ਸਾਡੇ ਨਾਲ ਸ਼ੇਅਰ ਕਰਦੇ ਆ। ਅਗਰ ਫॉर एग्जांपल ਸਾਡੇ ਕੋਲ ਕੋਈ ਡਾਊਟ ਆ, ਵੀ ਕੈਨ ਈਜ਼ੀਲੀ ਪਿਕ ਅਪ ਦਾ ਫੋਨ। ਆਮ ਏਜੰਟ ਕੋਈ ਫੋਨ ਵੀ ਕਰੇਗਾ ਤਾਂ ਕੋਈ ਫੋਨ ਆਨਸਰ ਨਹੀਂ ਕਰੇਗਾ, ਲੇਕਿਨ ਮੈਂ ਅਗਰ ਕੋਈ ਫੋਨ ਕਰਾਂਗਾ ਤਾਂ ਉਹਦੇ ਵਿੱਚ ਮੈਨੇਜਰ ਜ਼ਰੂਰ ਆਨਸਰ ਕਰੇਗਾ, ਕਿਉਂਕਿ ਉਹਦੀ ਵੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਸਾਨੂੰ ਪ੍ਰੋਪਰ ਫੀਡਬੈਕ, ਮਤਲਬ ਉਹਨਾਂ ਵੱਲੋਂ ਵੀ ਇੱਕ ਡਿਊਟੀ ਹੁੰਦੀ ਵੀ ਅਪਡੇਟਸ ਪ੍ਰੋਪਰ ਤੁਹਾਨੂੰ ਦੇਣੀਆਂ ਤਾਂ ਕਿ ਤੁਸੀਂ ਅੱਗੇ ਬੱਚੇ ਨੂੰ ਸਹੀ ਗਾਈਡ ਕਰ ਸਕੋ। ਆਬਵੀਅਸਲੀ ਅਗਰ ਅਸੀਂ ਪ੍ਰੋਪਰ ਨਹੀਂ ਦੇਵਾਂਗੇ ਤਾਂ ਕੁਆਲਿਟੀ ਸਟੂਡੈਂਟਸ ਅੱਗੇ ਵੀ ਨਹੀਂ ਆਏਗਾ। ਅਸੀਂ ਰੋਂਗ ਇਨਫੋਰਮੇਸ਼ਨ ਦੇਵਾਂਗੇ, ਉਹੀ ਕੁਆਲਿਟੀ ਅੱਗੇ ਜਿਹੜੀ ਨਿਊਜ਼ੀਲੈਂਡ ਹਾਈ ਕਮਿਸ਼ਨ ਕੋਲ ਆਏਗੀ ਉਹ ਵੀ ਸੇਮ ਆਏਗੀ। ਫॉर एग्जांपल ਜੋ ਉਹੀ ਹੋਇਆ 6-8 ਮਹੀਨੇ 'ਚ ਜਾਂ ਪੂਰੇ ਸਾਲ ਤੇ ਜੋ ਹੋਇਆ ਹੈ ਕਿ ਫਾਈਲਾਂ ਤਾਂ ਬਹੁਤ ਲੌਜ ਹੋਈਆਂ। ਇੱਕ ਬਹੁਤ ਇੰਪੋਰਟੈਂਟ ਚੀਜ਼ ਮੈਂ ਮੈਂਸ਼ਨ ਕਰਨਾ ਚਾਹਾਂਗਾ, ਪਿਛਲੇ 6 ਜਾਂ 7 ਸਾਲ ਤੋਂ ਕਦੀ ਵੀ ਨਿਊਜ਼ੀਲੈਂਡ ਹਾਈ ਕਮਿਸ਼ਨ ਦਾ ਅਪਰੂਵਲ ਰੇਟ 70% ਤੋਂ ਨੀਚੇ ਨਹੀਂ ਗਿਆ ਸੀ, 65 ਤੋਂ 70%। ਇਸ ਟਾਈਮ ਇਹ 50% ਤੋਂ ਵੀ ਥੱਲੇ ਹੈ, ਬਿਕੋਜ਼ ਉਹ ਜਿਹੜੀ ਵਿਦਆਊਟ ਆਈਲੈਟਸ ਜ਼ਿਆਦਾ ਵਿਦਆਊਟ ਆਈਲਸ ਵਾਲੇ ਕੋਈ ਪ੍ਰੋਪਰ ਕੋਈ ਅਸੈਸਮੈਂਟ ਨਹੀਂ ਹੋਈ ਐਪਲੀਕੇਸ਼ਨਸ ਦੀ। ਅੰਧਾਧੁੰਦ ਐਪਲੀਕੇਸ਼ਨ ਸਿਰਫ ਫਾਈਲ ਲੌਜ ਕਰਨ ਵਾਸਤੇ 15,000 ਰੁਪਏ ਪਾ ਕੇ ਉਹਦੇ ਵਿੱਚ ਇਮੀਗ੍ਰੇਸ਼ਨ ਫੀਸ ਪਾ ਕੇ ਲੌਜ ਹੋਈਆਂ। ਉਹ ਲੋਟਰੀ ਸਿਸਟਮ ਆ, 100 ਪਾਤੀਆਂ ਉਹਦੇ ਵਿੱਚ 10 ਨਿਕਲ ਗਿਆ ਏਜੰਟ ਦਾ, ਤਾਂ ਬੱਲੇ ਬੱਲੇ ਉਹ 10 ਨੂੰ ਹੀ ਜਿਹੜਾ ਜ਼ਿਆਦਾ ਹਾਈਲਾਈਟ ਕਰ ਦੇਣਾ, ਉਹਨੂੰ ਕਰਦੇ ਰਹੋ। ਸਟੂਡੈਂਟ ਦਾ ਸਾਰਾ ਕੁਝ ਨੁਕਸਾਨ ਸਟੂਡੈਂਟ ਦਾ ਹੋਇਆ, ਏਜੰਟ ਨੂੰ 10 ਐਪਲੀਕੇਸ਼ਨਸ ਮਿਲ ਗਈ ਅਪਰੂਵਲ, ਉਹਦੀ ਜ਼ਿੰਦਗੀ ਬਣ ਗਈ ਖਤਮ। ਇੱਕ ਚੀਜ਼ ਜਿਹੜੀ ਬਿਲਕੁਲ ਸਹੀ ਗੱਲ ਹੈ, ਕਈ ਐਸੇ ਕੰਸਲਟੈਂਟ ਏਜੰਟ ਦੇਖਣ ਦੇ ਵਿੱਚ ਆ ਰਹੇ ਜਿਹੜੇ ਸਿਰਫ ਪ੍ਰੋਸੈਸਿੰਗ ਫੀਸ ਦੇ ਲਾਲਚ ਦੇ ਵਿੱਚ, ਪਤਾ ਹੋਣ ਦੇ ਬਾਵਜੂਦ ਵੀ ਇਹਦਾ ਵੀਜ਼ਾ ਨਹੀਂ ਲੱਗਣਾ ਫਿਰ ਵੀ ਹੁੰਦਾ। ਇਹ ਵਾਕਈ ਮਾਰਕੀਟ ਦੇ ਵਿੱਚ ਕਈ ਜਗ੍ਹਾ ਤੇ ਕੰਮ ਹੋ ਰਿਹਾ, ਬਟ ਬੱਚਿਆਂ ਨੂੰ ਇਹਦੇ 'ਚ ਅਵੇਅਰ ਰਹਿਣਾ ਪਏਗਾ। ਚਲੋ ਇੱਕ ਗੱਲ ਤਾਂ ਹੋਈ ਵੀ ਉਹਨੇ 15,000 ਲੈ ਲਿਆ, ਦੂਜਾ 10,000 ਲੈਂਦਾ ਹੈ, ਕੋਈ 5,000 ਲੈਂਦਾ, ਕੋਈ 50,000 ਲੈਂਦਾ, ਹਰ ਇੱਕ ਦੀ ਆਪਣੀ ਆਪਣੀ ਫੀਸ ਹੈ। ਬਟ ਜਦੋਂ ENZRA ਮੈਂਬਰ ਦੀ ਗੱਲ ਕਰਦੇ ਹਾਂ, ਉਹਨਾਂ ਦੀ ਕੋਈ ਫੀਸ ਵੀ ਨਹੀਂ ਹੈ, ਫਿਰ ਕਿਉਂ ਇਸ ਪਾਸੇ ਝੁਕਾਅ ਸਟੂਡੈਂਟ ਦਾ ਜ਼ਿਆਦਾ? ਐਸ ਸੱਚ ਨਿਊਜ਼ੀਲੈਂਡ ਹਾਈ ਕਮਿਸ਼ਨ ਜਾਂ ਐਜੂਕੇਸ਼ਨ ਨਿਊਜ਼ੀਲੈਂਡ ਨੇ ਆਥੋਰਾਈਜ਼ ਕੀਤਾ ਹੈ ENZRA ਮੈਂਬਰਸ ਨੂੰ ਕਿ 10,000 ਪ੍ਰੋਸੈਸਿੰਗ ਫੀ ਲੈ ਸਕਦੇ ਹੋ, ਲੇਕਿਨ ਐਜ਼ ਅ ਪਾਲਿਸੀ ਮੈਡਵੇ ਅਸੀਂ ਪਿਛਲੇ ਜਿੰਨੇ ਵੀ ਸਾਲ ਤੋਂ ਕੰਮ ਕਰਦੇ ਆ ਰਹੇ ਹਾਂ, ਅਸੀਂ ਨੋ ਪ੍ਰੋਸੈਸਿੰਗ ਫੀ ਤੇ ਕੰਮ ਕਰਦੇ ਆ ਰਹੇ ਹਾਂ ਕਿ ਸਾਨੂੰ ਅਗਰ ਤੁਹਾਡਾ ਵੀਜ਼ਾ ਸਕਸੈਸ ਅਗਰ ਹੋਏਗਾ ਤਾਂ ਸਾਨੂੰ ਕਾਲਜ ਤੋਂ ਕਮਿਸ਼ਨ ਮਿਲੇਗੀ, ਅਦਰਵਾਈਜ਼ ਵਿਲ ਨਾਟ ਚਾਰਜ ਐਨੀਥਿੰਗ ਫਰਮ ਯੂ। ਤੁਸੀਂ ਸਾਨੂੰ ਇੱਕ ਪੈਸਾ ਵੀ ਨਹੀਂ ਦੋਗੇ। ਬੇਸਿਕਲੀ ਬੜੀ ਟ੍ਰਾਂਸਪੇਰੈਂਸੀ ਨਾਲ ਹਰ ਚੀਜ਼ ਹਮੇਸ਼ਾ ਪਾਲਿਸੀ ਰਹੀ ਹੈ। ਕੋਈ ਵੀ ਸਟੂਡੈਂਟ ਮਾਰਕੀਟ 'ਚ ਕਦੀ ਵੀ ਨਹੀਂ ਆ ਕੇ ਕਹਿ ਸਕਦਾ ਹੈ ਸਾਨੂੰ, ਜਾਂ ਕਿਸੇ ਨੂੰ ਵੀ ਕੋਈ ਕੰਪਲੇਨ ਹੈ ਤਾਂ ਮੈਨੂੰ ਰਿਪੋਰਟ ਕਰ ਸਕਦਾ ਹੈ। ਅੱਜ ਤੱਕ ਕਿਸੇ ਕੋਲੋਂ ਮਤਲਬ 1 ਰੁਪਏ ਵੀ ਕਿਸੇ ਮੈਡਵੇ ਵਾਲੇ ਕੰਸਲਟੈਂਟ ਨੇ ਅੱਜ ਤੱਕ ਨਹੀਂ ਲਿੱਤਾ ਹੈਗਾ, ਚਾਹੇ ਕੋਈ ਵੀ ਬ੍ਰਾਂਚ ਹੈ ਜੀ। ਸੋ ਮੈਡਵੇ ਬਾਰੇ ਕੋਈ ਇਨਫੋਰਮੇਸ਼ਨ ਚਾਹੀਦੀ ਹੈ, ENZRA ਮੈਂਬਰ ਦੀ ਐਡਵਾਂਟੇਜਸ ਕੀ ਨੇ ਉਹ ਤੁਹਾਨੂੰ ਦੱਸੀਆਂ ਗਈਆਂ ਨੇ, ਬੈਨੀਫਿਟਸ ਕੀ ਨੇ ਉਹਨਾਂ ਨਾਲ, ਹਰ ਤੁਹਾਨੂੰ ਅਪਡੇਟਸ ਮਿਲ ਸਕਦੀਆਂ ਨੇ, ਹਰ ਇੱਕ ਤਰ੍ਹਾਂ ਦੀ ਟ੍ਰਾਂਸਪੇਰੈਂਸੀ ਨਾਲ ਨੌਲੇਜ ਤੁਹਾਡੇ ਤੱਕ ਪਹੁੰਚ ਸਕਦੀ ਹੈ, ਇੱਕ ਪ੍ਰੋਪਰ ਇਨਫੋਰਮੇਸ਼ਨ ਪ੍ਰੋਪਰ ਕੋਰਸ ਬਾਰੇ ਗਾਈਡੈਂਸ ਮਿਲ ਸਕਦੀ ਹੈ। ਇਹ ਸਾਰੀ ਚੀਜ਼ਾਂ ਦੀ ਸਰਵਿਸ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਮੈਡਵੇ ਨਾਲ ਜ਼ਰੂਰ ਰਾਬਤਾ ਕਾਇਮ ਕਰੋ। ਨੰਬਰ ਚੱਲ ਰਿਹਾ, ਉਹਨਾਂ ਦੇ ਕਾਲ ਕਰਕੇ, ਮੈਸੇਜ ਕਰਕੇ, ਐਡਰੈਸ ਤੇ ਵਿਜ਼ਿਟ ਕਰਕੇ ਜਾਣਕਾਰੀ ਜਿਹੜੀ ਉਹ ਲਈ ਜਾ ਸਕਦੀ ਹੈ। ਚੇਂਜਸ ਦੀ ਗੱਲ ਹੋਈ ਹੈ, ਹਰ ਅਪਡੇਟਸ ENZRA ਮੈਂਬਰ ਕੋਲ ਜ਼ਰੂਰ ਆਉਂਦੇ ਨੇ, ਚਾਹੇ ਉਹ ਖੁਦ ਆਪਣੇ ਆਪ ਨੂੰ ਅਪਡੇਟਸ ਕਰਨ ਲਈ ਉਹਨਾਂ ਦੇ ਮੈਨੇਜਰਸ ਤੋਂ ਅਪਡੇਟਸ ਲੈਂਦੇ ਨੇ, ਜਾਂ ਉਹ ਵੀ ਆਪਣੇ ਵੱਲੋਂ ਇਹਨਾਂ ਨੂੰ ਅਲੱਗ-ਅਲੱਗ ਜ਼ਰੀਏ ਮੇਲਸ ਲੈਟਰ ਜ਼ਰੀਏ ਅਪਡੇਟਸ ਕਰਦੇ ਰਹਿੰਦੇ ਵੀ ਆਹ ਚੇਂਜਸ ਹੁਣ ਆਉਣ ਵਾਲੀਆਂ ਨੇ, ਆ ਚੁੱਕੀਆਂ ਨੇ, ਜਿਹੜੇ ਇੰਪਲੀਮੈਂਟਸ ਹੋ ਗਈਆਂ। ਕਿ ਇਹਦੇ ਵਿੱਚ ਕੁਝ ਐਸੀ ਵੀ ਚੇਂਜਸ ਆਈਆਂ ਜਿਹੜੀ ਅੱਜ ਮਾਰਕੀਟ ਸੁਣਨ ਨੂੰ ਮਿਲ ਰਹੀਆਂ ਵੀ ਵਿਦਆਊਟ IELTS ਬੰਦ ਹੋ ਗਿਆ, ਹੁਣ ਵੀਜ਼ਾ ਨਹੀਂ ਲੱਗਣਾ, ਕਾਫੀ ਜਗ੍ਹਾ ਤੋਂ ਸੁਣਨ ਦੇ ਵਿੱਚ ਆ ਰਿਹਾ। ਕੁਝ ਐਸਾ ਵੀ ਗਲਤ ਇਨਫੋਰਮੇਸ਼ਨ ਆ, ਇਨਫੈਕਟ ਗਲਤ ਇਨਫੋਰਮੇਸ਼ਨ ਨਹੀਂ ਕਹਾਂਗਾ, ਬਟ ਸਪੈਸਿਫਿਕ ਇਨਫੋਰਮੇਸ਼ਨ ਮਾਰਕੀਟ 'ਚ ਰੋਲ ਆਊਟ ਨਹੀਂ ਹੋ ਰਹੀ। ਹੋ ਰਿਹਾ ਕਿ ਨਹੀਂ ਮਾਰਕੀਟ 'ਚ? ਮਾਰਕੀਟ 'ਚ ਵਿਦਆਊਟ IELTS ਅਪਰੂਵ ਹੋ ਰਹੇ ਨੇ, ਠੀਕ ਹੈ, ਵਿਦਆਊਟ IELTS ਅਪਰੂਵ ਹੋ ਰਹੇ ਨੇ, ਵਿਦਆਊਟ IELTS, ਵਿਦਆਊਟ ਇੰਗਲਿਸ਼ ਨਹੀਂ, ਵਿਦਆਊਟ IELTS ਅਪਰੂਵ ਹੋ ਰਹੇ ਨੇ। ਉਹਦੇ ਵਿੱਚ ਕੰਡੀਸ਼ਨ ਆ, ਸਪੈਸਿਫਿਕ ਪ੍ਰੋਫਾਈਲਸ ਆ। ਬੇਸਿਕਲੀ ਅਸੀਂ ਜਿਵੇਂ ਪਿਛਲੇ ਸ਼ੋਜ਼ ਤੇ ਵੀ ਮੈਂ ਕਿਹਾ ਹੈ ਕਿ ਜਿਹੜੇ 12th ਪਾਸ ਸਟੂਡੈਂਟ ਆ ਅਦਰ ਦੈਨ CBSE, ICSE, ਚੇਨਈ, ਕਲਕੱਤਾ, ਮੁੰਬਈ ਬੋਰਡ ਜੀ, ਉਹਨਾਂ ਨੂੰ ਮੈਂ ਰਿਕਮੈਂਡ ਕਰਾਂਗਾ ਜਿਹੜੇ 12th ਪਾਸ ਸਟੂਡੈਂਟ ਆ 2013-14 ਵਾਲੇ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਮੈਂ ਰਿਕਮੈਂਡ ਕਰਾਂਗਾ ਤੁਸੀਂ ਜਾਂ ਤਾਂ IELTS ਦੋ, ਪੀਅਰਸਨ ਟੈਸਟ ਦੋ ਜਾਂ TOEFL ਦੋ, ਠੀਕ ਹੈ। ਬਟ ਜਿਹੜੇ ਸਟੂਡੈਂਟਸ ਨੇ 12th ਦੇ ਬਾਅਦ ਆਪਣੀ ਗ੍ਰੈਜੂਏਸ਼ਨ ਵੀ ਕਰ ਲਈ ਹੈ ਜੀ, ਠੀਕ ਹੈ, ਉਹ ਫਿਰ ਵੀ ਵਿਦਆਊਟ IELTS ਤੇ ਐਲੀਜੀਬਲ ਹੋ ਸਕਦੇ ਨੇ, ਸਬਜੈਕਟ ਟੂ ਦੇ ਅਪੀਅਰ ਫॉर इंटरनल टेस्ट ऑफ कॉलेजेस या कॉलेजेस ਦੀ ਡਿਸਕ੍ਰਿਪਸ਼ਨ ਤੇ ਅਗਰ ਉਹ MOI ਐਕਸੈਪਟ ਕਰਤੇ ਤਦ ਵੀ ਉਹਨਾਂ ਦਾ ਪੋਜ਼ਿਟਿਵ ਆ। ਦੋਨਾਂ ਵਿੱਚ ਡਿਫਰੈਂਸ ਇਹ ਆ, ਇਮੀਗ੍ਰੇਸ਼ਨ ਨਿਊਜ਼ੀਲੈਂਡ ਦਾ ਵਿਊ ਪੁਆਇੰਟ ਇਹ ਆ ਕਿ ਜਿਹੜਾ 12ਵੀਂ ਪਾਸ ਸਟੂਡੈਂਟ ਆ ਉਹ ਬੇਸਿਕਲੀ ਮੈਚੁਅਰ ਸਟੂਡੈਂਟ ਨਹੀਂ ਆ। ਜਿਹੜੀ ਉਹਦੀ 12 ਸਾਲ ਦੀ ਪੜ੍ਹਾਈ ਆ ਸਕੂਲ ਵਿੱਚ, ਉਹਨਾਂ ਨੂੰ ਨਹੀਂ ਲੱਗਦਾ ਕਿ ਪੰਜਾਬ ਵਿੱਚ ਜਾਂ ਹਰਿਆਣਾ ਵਿੱਚ ਜਾਂ ਜੰਮੂ ਵਿੱਚ ਜਾਂ UP ਵਿੱਚ ਉਹਨਾਂ ਨੂੰ ਨਹੀਂ ਲੱਗਦਾ ਕਿ ਉਹ ਇੰਗਲਿਸ਼ ਮੀਡੀਅਮ 'ਚ ਪੜ੍ਹਾਈ ਹੋਈ। ਬਟ 12ਵੀਂ ਦੇ ਬਾਅਦ ਜਦੋਂ ਗ੍ਰੈਜੂਏਸ਼ਨ ਕਰਦਾ ਬੱਚਾ
ਇੱਕ ਯੂਨੀਵਰਸਿਟੀ ਦੀ ਡਿਗਰੀ ਪ੍ਰਾਪਤ ਕਰਦਾ ਉਹ ਬੱਚਾ, ਤਦ ਉਹਨਾਂ ਨੂੰ ਇਹ ਕੌਨਫੀਡੈਂਸ ਆ ਜਾਂਦਾ ਕਿ ਹਾਂ ਇਹ ਸਟੂਡੈਂਟ ਕੈਪੇਬਲ ਹੈ ਇੰਗਲਿਸ਼ ਦੀ ਪੜ੍ਹਾਈ ਕਰਨ ਤੇ, ਕਿਉਂਕਿ ਉਹਨੇ ਇੱਕ ਤੋਂ 12ਵੀਂ ਇੰਗਲਿਸ਼ ਤੇ ਕਲੀਅਰ ਕਰਤੀ ਹੈ, ਦੂਸਰਾ ਉਹਨੇ ਆਪਣੀ ਗ੍ਰੈਜੂਏਸ਼ਨ ਵੀ ਜਿਹੜੀ ਯੂਨੀਵਰਸਿਟੀ ਤੋਂ ਉਹ ਵੀ ਇੰਗਲਿਸ਼ ਤੇ ਕੰਪਲੀਟ ਕੀਤੀ। ਸੋ ਦੋਨੋਂ ਵਿੱਚ ਬੜਾ ਡਿਫਰੈਂਸ ਆ। ਤੇ ਜਿਹੜੇ ਸਟੂਡੈਂਟ ਨੇ ਗ੍ਰੈਜੂਏਸ਼ਨ ਕੀਤੀ ਆਪਣੀ ਇੰਗਲਿਸ਼ ਮੀਡੀਅਮ ਤੇ, ਉਹਨਾਂ ਨੂੰ ਅਸੀਂ ਇੰਟਰਨੈਟ ਟੈਸਟ ਕਾਲਜਸ ਤੇ ਕਰਾਵਾਂਗੇ, ਠੀਕ ਹੈ, ਇੰਟਰਨੈਟ ਟੈਸਟ ਪ੍ਰੋਪਰ ਤਰੀਕੇ ਨਾਲ ਹੋਣਗੇ, ਉਹਦੇ ਬਾਅਦ ਉਹ ਵਿਦਆਊਟ ਆਇਲਸ ਵੀ ਅਪੀਅਰ ਹੁਣ ਵੀ ਕਰ ਸਕਦੇ ਨੇ, ਔਰ ਵੀਜ਼ਾਸ ਕਾਫੀ ਆਏ ਨੇ ਪੰਜਾਬ ਦੇ ਬੱਚੇ ਦੇ। ਕਮਿਊਨੀਕੇਸ਼ਨ ਸਕਿੱਲਸ ਮੈਟਰ ਕਰਦੇ ਨੇ ਬੇਸਿਕਲੀ, ਕਮਿਊਨੀਕੇਸ਼ਨ ਇੰਟਰਨਲ ਟੈਸਟ ਉਹਨਾਂ ਨੂੰ ਦੇਣਾ ਪਏਗਾ, ਜਿਹੜਾ ਕਿ ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ ਹੁੰਦਾ। ਮੋਸਟ ਆਫ ਦਾ ਕਾਲਜਸ ਅੱਜਕੱਲ ਸਕਾਈਪ ਟੈਸਟ ਲੈਂਦੇ ਨੇ, ਜੋ ਕਿ ਸਰ ਮਿਡਵੇ ਦੇ ਆਫਿਸਸ, ਮੋਸਟ ਆਫ ਦਾ ਆਫਿਸਸ ਜਿਹੜੇ ਆ ਉਹ ਆਲਮੋਸਟ ਸਾਰੇ 99% ਕਾਲਜਸ ਤੋਂ ਆਥੋਰਾਈਜ਼ਡ ਹੈ। ਇਨਫੈਕਟ 99 ਨਹੀਂ 100% ਕਾਲਜਸ ਤੋਂ ਮਿਡਵੇ ਦੇ ਆਫਿਸਸ ਆਥੋਰਾਈਜ਼ਡ ਨੇ ਇੰਟਰਨਲ ਟੈਸਟ ਕੰਡਕਟ ਕਰਨ ਤੋਂ। ਇਹ ਇੱਕ ਚੀਜ਼ ਜਿਹੜੀ ਸਟੂਡੈਂਟ ਦੇ ਮਨ ਦੇ ਵਿੱਚ ਡਾਊਟ ਕ੍ਰੀਏਟ ਕਰ ਰਹੀ ਸੀ ਵੀ ਸ਼ਾਇਦ ਵਿਦਆਊਟ IELTS ਬੰਦ ਕਰ ਦਿੱਤਾ ਗਿਆ, ਬਟ ਐਸੀ ਕੋਈ ਗੱਲ ਨਹੀਂ ਹੈ। IELTS ਇੱਕ ਮੈਟਰ ਕਰਦਾ ਤੁਹਾਡੇ ਕਮਿਊਨੀਕੇਸ਼ਨ ਸਕਿੱਲਸ ਕਿੰਨੀਆਂ ਕਿ ਨੇ, ਤੁਸੀਂ IELTS ਕੀਤਾ, ਇੱਕ IDP ਜਾਂ ਬ੍ਰਿਟਿਸ਼ ਕਾਉਂਸਲ ਵੱਲੋਂ ਅਪਰੂਵ ਸਰਟੀਫਿਕੇਟ ਹੈ ਜਾਂ ਨਹੀਂ ਹੈ, ਉਹਨੂੰ ਤੁਸੀਂ ਇੱਕ ਤਰ੍ਹਾਂ ਮੈਂ ਕਹੂੰਗਾ ਛੱਡ ਸਕਦੇ ਹੋ ਜੇ ਤੁਹਾਡੇ ਕਮਿਊਨੀਕੇਸ਼ਨ ਸਕਿੱਲਸ ਵਧੀਆ ਨੇ, ਉਹਨੂੰ ਤੁਸੀਂ ਪ੍ਰੂਵ ਕਰ ਸਕਦੇ ਹੋ। ਤਾਂ ਅੱਜ ਵੀ ਜਿਵੇਂ ਜਗਜੀਤ ਜੀ ਦੱਸ ਰਹੇ ਆ ਵੀਜ਼ਾਸ ਆਉਂਦੇ ਨੇ, ਵੀਜ਼ਾਸ ਕੋਈ ਪ੍ਰੋਬਲਮ ਨਹੀਂ ਹੈ, ਕੋਈ ਵੀਜ਼ਾਸ ਬੰਦ ਨਹੀਂ ਹੋਏ। ਰਿਜੈਕਸ਼ਨਸ ਨੂੰ ਦੇਖਦੇ ਹੋਏ ਇੱਕ ਵਾਰੀ ਮਾਰਕੀਟ ਦੇ ਵਿੱਚ ਜ਼ਰੂਰ ਇਹ ਸੁਣਨ ਨੂੰ ਮਿਲ ਰਿਹਾ ਵੀ ਸ਼ਾਇਦ ਵਿਦਆਊਟ IELTS ਵੀਜ਼ਾਸ ਜਿਹੜੇ ਨਿਊਜ਼ੀਲੈਂਡ ਨੇ ਦੇਣੇ ਬੰਦ ਕਰ ਦਿੱਤੇ। ਉਹ ਜਿਹੜੇ ਸਟੂਡੈਂਟਸ ਇਹਨਾਂ ਦੇ ਰਿਜੈਕਟ ਹੋਏ ਨੇ ਮਨਦੀਪ ਜੀ, ਉਹ ਸਾਨੂੰ ਕੰਸਲਟ ਕਰ ਸਕਦੇ ਆ, ਅਸੀਂ ਉਹਨਾਂ ਦੀ ਅਸੈਸਮੈਂਟ ਇੱਕ ਪ੍ਰੋਪਰ ਕਰਕੇ ਉਹਨਾਂ ਨੂੰ ਪ੍ਰੋਪਰ ਗਾਈਡ ਕਰਾਂਗੇ ਨੈਕਸਟ ਸਟੈਪ ਕੀ ਹੈ, ਉਹ ਹਤਾਸ਼ ਨਾ ਹੋਣ, ਕਿਉਂਕਿ ਨਿਊਜ਼ੀਲੈਂਡ ਹਾਈ ਕਮਿਸ਼ਨ ਜਿਵੇਂ ਬਾਰ-ਬਾਰ ਕਹਿੰਦਾ ਆ ਰਿਹਾ ਮੈਂ ਕਿ ਦੇ ਆਰ ਵੈਰੀ ਫਲੈਕਸੀਬਲ ਇਨ ਟਰਮਸ ਆਫ ਰੀਐਪਲੀਕੇਸ਼ਨ। ਅਗਰ ਤੁਸੀਂ ਦੁਬਾਰਾ ਰੀਅਪਲਾਈ ਵੀ ਨਿਊਜ਼ੀਲੈਂਡ ਦਾ ਕਰ ਸਕਦੇ ਹੋ, ਬਟ ਜਿਹੜੇ ਰੀਜ਼ਨਸ ਉਹਨੂੰ ਦਿੱਤੇ ਆ ਨਾ, ਉਹਨੂੰ ਪ੍ਰੋਪਰ ਤਰੀਕੇ ਨਾਲ ਅਸੀਂ ਉਹਦਾ ਸੋਲੂਸ਼ਨ ਲੱਭੀਏ, ਬਹੁਤ ਟੈਕਲ ਕਰੀਏ। ਬਹੁਤ ਵਧੀਆ ਗੱਲ ਹੈ ਜਗਜੀਤ ਜੀ, ਇਹ ਤੇ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ। ਕਾਫੀ ਬੱਚੇ ਨਿਰਾਸ਼ ਹੋ ਚੁੱਕੇ ਨੇ ਸ਼ਾਇਦ। ਦੇਖੋ ਪ੍ਰੋਫਾਈਲ ਬੱਚਿਆਂ ਦੀ ਬਹੁਤ ਵਧੀਆ ਸੀ, ਤੁਸੀਂ ਵੀਜ਼ਾਸ ਲੈ ਕੇ ਵੀ ਦਿੱਤੇ ਆ, ਗਲਤੀ ਇੱਕ ਚੋਣ ਦੇ ਵਜੋਂ ਹੋ ਗਈ, ਚਾਹੇ ਉਹ ਪਹਿਲਾ ਜਿਹੜਾ ਕੱਕਾ ਕੰਸਲਟੈਂਟ ਜਿਹੜਾ ਗਲਤ ਚੂਜ਼ ਹੋਇਆ, ਬਟ ਉਹਨੂੰ ਅੱਜ ਵੀ ਸੁਧਾਰਨ ਦਾ ਮੌਕਾ ਹੈ। ਇਹ ਨਹੀਂ ਹੈ ਤੁਹਾਡਾ ਜਿਹੜਾ ਸੁਪਨਾ ਨਿਊਜ਼ੀਲੈਂਡ ਪੜਨ ਦਾ ਉਹ ਸਾਕਾਰ ਨਹੀਂ ਹੋ ਸਕਦਾ। ਮੈਡਵੇ ਨਾਲ ਜ਼ਰੂਰ ਇੱਕ ਵਾਰੀ ਰਾਬਤਾ ਕਾਇਮ ਕਰ ਲਿਓ, ਚਾਹੇ ਤੁਸੀਂ ਉਹਦੇ ਵਿੱਚ ਇਹਨਾਂ ਦੇ ਕਿਸੇ ਆਫਿਸ ਦੇ ਵਿੱਚ ਜਾ ਕੇ ਵੀ ਆਪਣੀ ਅਸੈਸਮੈਂਟ ਤੁਸੀਂ ਕਰਵਾ ਸਕਦੇ ਹੋ। ਦਿੱਲੀ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਅਲੱਗ-ਅਲੱਗ ਜਗ੍ਹਾ ਆਫਿਸਿਸ ਹੈਗੇ ਨੇ, ਤੁਸੀਂ ਉੱਥੇ ਜਾ ਕੇ ਆਪਣੀ ਅਸੈਸਮੈਂਟ ਕਰਵਾਓ ਤੇ ਸਹੀ ਜਾਣਕਾਰੀ ਜਿਹੜੀ ਉਹ ਲੈ ਸਕਦੇ ਹੋ। IPP ਪ੍ਰੋਗਰਾਮ ਜਾਂ ਨਾਨ IPP ਪ੍ਰੋਗਰਾਮ, ਇਹਨੂੰ ਕਾਫੀ ਵਾਰੀ ਡਿਸਕਸ ਕੀਤਾ ਗਿਆ ਜਗਜੀਤ ਜੀ ਨਾਲ। ਜਗਜੀਤ ਜੀ ਨੇ ਬਹੁਤ ਵਧੀਆ ਤਰ੍ਹਾਂ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ। ਅੱਜ ਵੀ ਕਨਫਿਊਜ਼ਨ ਹੈ ਮਨ ਦੇ ਵਿੱਚ, ਜਦੋਂ ਹੁਣ ਸੈਮੀਨਾਰਸ ਹੋਏ, ਲਾਸਟ ਐਜੂਕੇਸ਼ਨ ਫੇਅਰਸ ਹੋਏ, ਕੀ ਕਲੀਅਰ ਹੋ ਗਿਆ ਸਾਰਾ ਕੁਝ IPP ਨਾਨ IPP? IPP ਦਾ ਆਈ ਥਿੰਕ ਕਲੈਰਿਟੀ ਹੁਣ ਆ ਚੁੱਕੀ ਹੈ ਆਲਮੋਸਟ, ਕਿਉਂਕਿ ਜਿਹੜਾ ਰਸ਼ ਸੀ, ਜਿਹੜਾ ਇੱਕ ਮਾਰਕੀਟਿੰਗ ਸਟ੍ਰੈਟੇਜੀ ਜਿਹੜੀ ਏਜੰਟਸ ਅਪਣਾ ਰਹੇ ਸੀ ਕਿ ਵੀ IPP ਸਾਡੇ ਕੋਲ ਇੱਕ ਦੋ ਇੰਸਟੀਚਿਊਟ ਜਿਹੜੇ ਮਾਮ ਘੁੰਮ ਰਹੇ ਨੇ ਮਾਰਕੀਟ ਤੇ, ਉਹ ਸਭ ਕੋਲ ਸੀ, ਉਹ ਕਹਿ ਰਹੇ IPP ਲਾਓ, IPP ਲਾਓ। IPP ਦਾ ਜਦੋਂ ਬੱਚਾ ਆ ਗਿਆ ਉਹਨੂੰ ਪ੍ਰਾਈਵੇਟ ਕਾਲਜ ਭੇਜਦਾ, ਮਾਰਕੀਟਿੰਗ ਇੱਕ ਸਟ੍ਰੈਟੇਜੀ ਸੀ ਆਲਮੋਸਟ। ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਵੀ ਆਪਣਾ ਐਕਸਪੈਰੀਮੈਂਟ ਜਿਹੜਾ ਕਰਨਾ ਸੀ, ਇੱਕ ਪਾਇਲਟ ਪ੍ਰੋਜੈਕਟ ਸੀ, ਐਕਸਪੈਰੀਮੈਂਟ ਜਿਹੜਾ ਹੈ ਆਲਮੋਸਟ ਉਹ ਕੰਡਕਟ ਕਰ ਚੁੱਕੇ ਨੇ ਜੀ। ਹੁਣ ਪੂਰੀ ਕਲੈਰਿਟੀ ਹੈ। ਹੁਣ ਜਿਹੜੇ ਵੀ ਕਾਲਜਸ ਆ IPP, ਫॉर एग्जांपल NMIT ਹੋਏ ਜਾਂ ਵਿੰਟੈਕ ਹੋਏ ਜਾਂ ਹੋਰ ਵੀ ਜਿਹੜੇ ਫਿਟਰੀਆ ਹੋਏ ਆਕਲੈਂਡ ਵਿੱਚ, ਜਿਹੜੇ ਵੀ ਵਿਦਆਊਟ ਆਇਲਸ ਲੈ ਰਹੇ ਸੀ, ਸਭ ਨੇ ਆਪਣੇ ਰੂਲਸ ਚੇਂਜ ਕਰਤੇ ਨੇ ਜੀ, ਸਭ ਨੇ, ਅਦਰ ਦੈਨ CBSE, ICSE, ਕਲਕੱਤਾ, ਚੇਨਈ, ਮੁੰਬਈ ਬੋਰਡ। ਅਗਰ ਕਿਸੇ ਦਾ ਵੀ ਹੋਰ ਬੋਰਡ ਆ, ਹੋਰ ਕੋਈ ਬੋਰਡ ਆ, ਹੋਰ ਯੂਨੀਵਰਸਿਟੀ, ਉਹਨੂੰ ਆਇਲਸ ਕੰਪਲਸਰੀ ਕਰਤਾ ਹੈ ਉਹਨਾਂ ਨੇ ਐਡਮਿਸ਼ਨ ਵਾਸਤੇ ਅੰਡਰ IPP। ਸੀ ਦੋ ਚੀਜ਼ਾਂ ਇਹਦੇ ਵਿੱਚ, ਉਹ ਐਡਮਿਸ਼ਨ ਤਾਂ ਤੁਹਾਨੂੰ ਦੇ ਸਕਦੇ ਨੇ MOI ਲੈਟਰਸ ਤੇ, ਮੀਡੀਅਮ ਆਫ ਇੰਸਟਰਕਸ਼ਨ ਤੇ, ਬਟ ਤੁਹਾਨੂੰ IPP ਦਾ ਨੋਮੀਨੇਸ਼ਨ ਲੈਟਰ ਨਹੀਂ ਦੇਣਗੇ, ਕਿਉਂਕਿ IPP ਨੋਮੀਨੇਸ਼ਨ ਲੈਟਰ ਦਾ ਮਤਲਬ ਆ 90% ਆਲਮੋਸਟ ਵੀਜ਼ਾ, ਠੀਕ ਹੈ, ਉਹ ਨਹੀਂ ਦੇਣਗੇ। ਕਿਉਂਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਾਲਜਸ ਨੂੰ ਸਪੈਸੀਫਿਕਲੀ ਇਹ ਕਿਹਾ ਹੈ ਕਿ ਅਗਰ ਉਹਨਾਂ ਕੋਲ ਆਇਲਸ ਨਹੀਂ ਹੈ ਜਾਂ ਪੀਅਰਸਨ ਨਹੀਂ ਹੈ, ਟੋਫਲ ਨਹੀਂ ਹੈ, ਤੁਸੀਂ ਉਹਨਾਂ ਨੂੰ ਨੋਮੀਨੇਸ਼ਨ ਲੈਟਰ ਨਹੀਂ ਦੇ ਸਕਦੇ, ਕਿਉਂਕਿ ਤੁਸੀਂ ਇਨਸ਼ੋਰ ਨਹੀਂ ਕਰ ਪਾ ਰਹੇ ਕਿ ਉਹ ਵਾਕਈ ਜੈਨੂਇਨ ਸਟੂਡੈਂਟ ਹੈ ਨਹੀਂ ਹੈ। ਵਾਕਈ ਗੱਲ ਸਹੀ ਹੈ, ਕਿਉਂਕਿ ਮੈਂ ਜਿਵੇਂ ਪਹਿਲਾ ਸੈਂਟੈਂਸ ਇਹ ਕਿਹਾ ਕਿ ਇਹ ਪਾਇਲਟ ਪ੍ਰੋਜੈਕਟ ਸੀ, ਇੱਕ ਐਕਸਪੈਰੀਮੈਂਟ ਸੀ, ਟਰਾਈ ਕੀਤਾ ਗਿਆ ਸੀ, ਉਹਦਾ ਰਿਜ਼ਲਟ ਆ ਚੁੱਕਾ ਹੈ, ਉਹਦਾ ਰਿਜ਼ਲਟ ਸਭ ਕੋਲ ਆ ਚੁੱਕਾ ਹੈ। ਹੁਣ ਉਹ ਚੀਜ਼ ਦੁਬਾਰਾ ਨਹੀਂ ਹੋਏਗੀ। ਤਾਂ IPP ਹਾਂਜੀ ਕਾਫੀ ਪ੍ਰੋਬਲਮਸ ਕਾਲਜਸ ਨੂੰ ਵੀ ਆਉਂਦੀਆਂ ਹੋਣੀਆਂ, ਜਿਵੇਂ ਆਪਾਂ ਪਹਿਲੇ ਗੱਲ ਕਰ ਰਹੇ ਸੀ, 100 ਫਾਈਲਸ ਲੱਗੀਆਂ, 10 ਦੇ ਵੀਜ਼ਾ ਵੀ ਲੱਗ ਗਏ, ਪਹੁੰਚ ਗਏ ਸਟੂਡੈਂਟਸ। ਕਾਲਜਸ ਬਹੁਤ ਵਧੀਆ ਨੇ, ਆਪਣਾ ਇੱਕ ਸਟੈਂਡਰਡ ਮੇਨਟੇਨ ਕੀਤਾ ਹੋਇਆ। ਉੱਥੇ ਜਦੋਂ ਐਸਾ ਸਟੂਡੈਂਟ ਜਾਂਦਾ ਜਿਹਦਾ ਕਮਿਊਨੀਕੇਸ਼ਨ ਨਹੀਂ ਵਧੀਆ ਹੈ, ਕਾਲਜ ਨੂੰ ਕੀ ਪ੍ਰੋਬਲਮਸ ਆਉਂਦੀਆਂ? ਉਹਦੇ ਬਹੁਤ ਜ਼ਿਆਦਾ ਪ੍ਰੋਬਲਮਸ ਆਈਆਂ ਕਾਲਜਸ ਨੂੰ। ਉੱਥੇ ਜਿਹੜੇ ਵਿਦਆਊਟ ਆਇਲਸ ਵਾਲੇ ਬੱਚੇ ਗਏ ਸੀ, ਜਿਨ੍ਹਾਂ ਦੇ ਕਮਿਊਨੀਕੇਸ਼ਨ ਸਕਿੱਲਸ ਅੱਛੀ ਨਹੀਂ ਸੀ, ਬੇਸਿਕਲੀ ਇੰਗਲਿਸ਼ ਵਾਲੇ, ਉਹ ਆਈ ਥਿੰਕ ਮੋਸਟ ਆਫ ਦ ਸਟੂਡੈਂਟਸ ਜਿਹੜੇ ਆ ਉਹ ਐਕਸਟਰਾ ਡਾਲਰਸ ਪੇ ਕਰਕੇ ਉੱਥੇ ਇੰਗਲਿਸ਼ ਦਾ ਅਪਫਰੰਟ ਕੋਰਸ ਕਰ ਰਹੇ ਨੇ। ਮੇਨ ਕੋਰਸ ਤੋਂ ਹਟਾ ਦਿੱਤਾ ਗਿਆ, ਮੇਨ ਕੋਰਸ ਤੋਂ ਹਟਾ ਕੇ ਅਪਫਰੰਟ ਇੰਗਲਿਸ਼ ਕੋਰਸ ਕਰ ਰਹੇ ਆ, ਜਾਂ ਕਈ ਕਾਲਜਸ ਨੇ ਕਨਕਰੈਂਟ ਇੰਗਲਿਸ਼ ਵੀ ਸ਼ੁਰੂ ਕਰਤਾ ਹੈ ਕਿ ਮੇਨ ਕੋਰਸ ਦੇ ਨਾਲ ਨਾਲ ਤੁਸੀਂ ਇੰਗਲਿਸ਼ ਲੈਂਗੁਏਜ ਦੇ ਵੀ ਕੋਰਸਸ ਕਰ ਸਕਦੇ ਹੋ। ਉਹ ਵੀ ਕਈ ਕਾਲਜਸ ਨੇ, ਬੇਸਿਕਲੀ ਨੀਡ ਜਿਹੜੀ ਹੈ ਅੰਗਰੇਜ਼ੀ ਦੀ ਉਹ ਮਸਟ ਹੈ। ਬੇਸਿਕਲੀ ਮੈਂ ਜਾਵਾਂਗਾ ਜਿਹੜੇ IPP ਦਾ ਇੱਕ ਮਾਰਕੀਟਿੰਗ ਫੰਡਾ ਸੀ ਮਾਰਕੀਟ 'ਚ, ਉਹ ਆਲਮੋਸਟ ਖਤਮ ਹੀ ਸਮਝੋ, ਕਿਉਂਕਿ ਜਿਹੜੇ ਪੋਜ਼ਿਟਿਵ ਪ੍ਰੋਫਾਈਲ ਐਪਲੀਕੇਸ਼ਨਸ ਆ ਨਿਊਜ਼ੀਲੈਂਡ ਵਾਸਤੇ ਮੈਂ ਦੇਖਿਆ ਕਿ ਜਿਵੇਂ ਵਿਦਆਊਟ ਆਇਲਸ ਵਾਲੇ ਜਿਹੜੇ ਪੰਜਾਬ ਦੇ ਸਟੂਡੈਂਟ ਸੀ, ਜਿਨ੍ਹਾਂ ਨੇ ਗ੍ਰੈਜੂਏਸ਼ਨ ਇੰਗਲਿਸ਼ ਮੀਡੀਅਮ ਤੋਂ ਕੀਤੀ ਸੀ, ਆਇਲਸ ਨਹੀਂ ਸੀ, 10th 12th MOI ਬੋਰਡ 'ਚ ਇੰਟਰਨਲ ਟੈਸਟ ਕਰਾਏ ਸੀ, ਉਹਨਾਂ ਦੇ ਵੀਜ਼ਾ ਵੀ 4 ਦਿਨ 'ਚ ਹੈ।
ਆਈਪੀਪੀ ਦੇ ਵਿੱਚ ਪੰਜ ਰਹੇ ਸੀ ਔਰ ਰੀਸੈਂਟਲੀ ਮਜ਼ੇ ਦੀ ਗੱਲ ਇਹ ਹੈ ਕਿ ਜਿੰਨੇ ਵੀ ਅਪਰੂਵਲ ਆਏ ਨੇ ਫॉर ਐਗਜ਼ਾਮਪਲ ਨਵੰਬਰ ਦਸੰਬਰ ਦੇ ਹੁਣ ਤੱਕ ਆਏ ਨੇ ਜਿਹੜੇ ਨਾਨ ਆਈਪੀਪੀ ਪੋਜ਼ਿਟਿਵ ਪ੍ਰੋਫਾਈਲ ਦੀ ਜਿਹੜੀ ਅਪਰੂਵਲਸ ਆ ਉਹ ਜਲਦੀ ਆਈਆਂ ਉਹਨਾਂ ਨੂੰ ਜਲਦੀ ਆ ਰਹੀਆਂ ਆਈਪੀਪੀ ਦੀ ਜਿਹੜੀਆਂ ਅਪਰੂਵਲਸ ਉਹ ਲੇਟ ਆ ਰਹੀਆਂ ਕਿਉਂਕਿ ਆਈਪੀਪੀ ਦੇ ਜਿਹੜਾ ਐਕਸਪੈਰੀਮੈਂਟ ਇਹਨਾਂ ਨੇ ਕੀਤਾ ਸੀ ਉਹ ਆਲਮੋਸਟ ਜ਼ਿਆਦਾ ਸਕਸੈਸਫੁਲ ਨਹੀਂ ਸੀ ਇਹਨਾਂ ਨੂੰ ਕਾਫੀ ਡਾਊਟ ਆ ਮਤਲਬ ਬਿਲਕੁਲ ਮੈਂ ਇੱਥੇ ਆਣਾ ਚਾਹੁੰਦਾ ਆਈਪੀਪੀ ਦੇ ਇਹ ਡਾਊਟਸ ਕਰਕੇ ਜਿਵੇਂ ਰੈਂਡਮਲੀ ਕਈ ਵਾਰੀ ਆਈਪੀਪੀ ਐਪਲੀਕੇਸ਼ਨਸ ਵੀ ਚੱਕੀਆਂ ਜਾ ਰਹੀਆਂ ਹਾਂਜੀ ਉਹਨਾਂ ਨੂੰ ਵੀ ਟਾਈਮ ਲੱਗ ਰਿਹਾ ਵੀ ਉਹ ਵੀ ਪ੍ਰੋਪਰ ਚੈੱਕ ਕੀਤੀਆਂ ਜਾ ਰਹੀਆਂ ਵੀ ਇਹਦੇ ਵਿੱਚ ਅਗਰ ਪੋਜ਼ਿਟਿਵ ਪ੍ਰੋਫਾਈਲ ਐਪਲੀਕੇਸ਼ਨਸ ਆ ਉਹ ਵੀ 4-5 ਦਿਨ ਚ ਅਪਰੂਵ ਹੋ ਰਹੀਆਂ ਅੱਜਕੱਲ ਔਰ ਉਹ ਮੈਨੇਜ ਕਿਊ ਵਾਲਾ ਜਿਹੜਾ ਇੱਕ ਪਿਛਲੇ ਚੱਲ ਰਿਹਾ ਸੀ ਅਕਤੂਬਰ ਤੇ ਚੱਲ ਰਿਹਾ ਸੀ ਕਿ ਜਿਹੜੀ ਪੋਜ਼ਿਟਿਵ ਪ੍ਰੋਫਾਈਲ ਐਪਲੀਕੇਸ਼ਨ ਸੀ ਉਹ ਪਿਕ ਹੋ ਰਹੀ ਸੀ ਔਰ ਅਪਰੂਵ ਹੋ ਰਹੀ ਸੀ ਜਾਂ ਡਿਸੀਜਨ ਹੋ ਰਿਹਾ ਸੀ ਠੀਕ ਹੈ ਜਿਹੜੀ ਇੱਕ ਐਪਲੀਕੇਸ਼ਨ ਜਿਹੜੇ ਚ ਇਮੀਗ੍ਰੇਸ਼ਨ ਆਫੀਸਰ ਜਾਂ ਮੈਨੇਜਰ ਨੂੰ ਲੱਗਦਾ ਸੀ ਕਿ ਫਰਦਰ ਵੈਰੀਫਿਕੇਸ਼ਨ ਦੀ ਜ਼ਰੂਰਤ ਆ ਉਹਨੂੰ ਇੱਕ ਕਿਊ ਚ ਪਾ ਦਿੰਦਾ ਜਾਂਦਾ ਸੀ ਚਾਹੇ ਉਹ ਆਈਪੀਪੀ ਹੈ ਜਾਂ ਨਾਨ ਆਈਪੀਪੀ ਕੋਈ ਹੈ ਹਾਂ ਨਹੀਂ ਆਈਪੀਪੀ ਨਹੀਂ ਨਾਨ ਆਈਪੀਪੀ ਉਹਦੇ ਵਿੱਚ 6 ਤੋਂ 8 ਹਫ਼ਤੇ ਲੱਗਦੇ ਸੀ ਉਹਨੂੰ ਐਲੋਕੇਟ ਹੋਣ ਵਾਸਤੇ ਵੀਜ਼ਾ ਆਫੀਸਰ ਨੂੰ ਹੁਣ ਉਹ ਸਿਸਟਮ ਆਲਮੋਸਟ ਉਹਨਾਂ ਨੇ ਖਤਮ ਕਰਤਾ ਹੈ ਨਵੰਬਰ ਦੇ ਬਾਅਦ ਜਿੰਨੀ ਵੀ ਐਪਲੀਕੇਸ਼ਨ ਲੌਂਚ ਹੋਈ ਹੈ ਉਹ ਸਾਰੀ ਸਟ੍ਰੇਟ ਐਲੋਕੇਟ ਹੋ ਰਹੀਆਂ ਵੀਜ਼ਾ ਆਫੀਸਰ ਤੋਂ ਔਰ ਡਿਸੀਜਨਸ ਹੋ ਰਹੇ ਨੇ 15 ਦਿਨ ਚ ਹੋ ਰਹੇ ਨੇ ਜਿਹੜੇ ਪੋਜ਼ਿਟਿਵ ਵਾਲੇ ਸਟ੍ਰੇਟ ਵਾਲੇ ਉਹ 4-5 ਦਿਨ ਚ ਅਪਰੂਵ ਹੋ ਰਹੇ ਨੇ ਜਿਹੜੇ ਥੋੜੇ ਬਹੁਤ ਵੈਰੀਫਿਕੇਸ਼ਨ ਵਾਲੇ ਉਹ 15-20 ਦਿਨ ਚ ਹੋ ਰਹੇ ਤਾਂ ਪ੍ਰੋਸੈਸ ਜਿਹੜਾ ਨਿਊਜ਼ੀਲੈਂਡ ਹਾਈ ਕਮਿਸ਼ਨ ਨੇ ਵੀ ਕਾਫੀ ਆਪਣੇ ਆਪ ਨੂੰ ਫਾਸਟ ਕਰਤਾ ਹੈ ਐਸਐਚ ਇਨਫੋਰਮੇਸ਼ਨ ਉਹ ਵੀ ਕਲੀਅਰ ਹੋ ਗਿਆ ਹੁਣ ਬਿਲਕੁਲ ਐਸਐਚ ਇਨਫੋਰਮੇਸ਼ਨ ਜਿਹੜੇ ਬੱਚੇ ਚਾਹੁੰਦੇ ਸੀਗੇ ਆਈਪੀਪੀ ਜਾਂ ਨਾਨ ਆਈਪੀਪੀ ਕੋਈ ਵੀ ਵੀਜ਼ਾ ਸਕਸੈਸ ਦੇ ਵਿੱਚ ਫਰਕ ਨਹੀਂ ਹੈ ਕੋਰਸਿਸ ਦੋਨਾਂ ਵਿੱਚ ਅਵੇਲੇਬਲ ਨੇ ਅਲੱਗ-ਅਲੱਗ ਕੋਰਸਿਸ ਨੇ ਤੁਸੀਂ ਜਾਣਾ ਚਾਹੁੰਦੇ ਹੋ ਇਨਫੋਰਮੇਸ਼ਨ ਚਾਹੁੰਦੇ ਹੋ ਮੈਡਵੇ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਮਾਰਕੀਟਿੰਗ ਸਟ੍ਰੈਟਜੀ ਦੀ ਗੱਲ ਚੱਲ ਰਹੀ ਸੀ ਇੱਥੇ ਮੈਨੂੰ ਇੱਕ ਗੱਲ ਯਾਦ ਆਈ ਜਦੋਂ ਆਫ ਦੀ ਰਿਕਾਰਡ ਅਸੀਂ ਜਗਜੀਤ ਜੀ ਨਾਲ ਗੱਲ ਕਰ ਰਹੇ ਸੀ ਤਾਂ ਕਾਫੀ ਕੋਰਸਿਸ ਇਹਨਾਂ ਵੱਲੋਂ ਰਿਸਰਚ ਕੀਤੇ ਗਏ ਜਿਹਦੇ ਵਿੱਚ ਜਿਹੜੇ ਸਕਾਲਰਸ਼ਿਪ ਜਾਂ ਇੰਟਰਨਸ਼ਿਪਸ ਬੱਚਿਆਂ ਲਈ ਲੈ ਕੇ ਆਏ ਨੇ ਮੇਰੇ ਖਿਆਲ ਜੇ ਕੋਈ ਹੋਰ ਹੁੰਦਾ ਤਾਂ ਉਹ ਪਹਿਲੇ ਸ਼ੋਅ 'ਚ ਇਹੀ ਗੱਲ ਕਰਦਾ ਵਿੱਚੋਂ ਗੱਲ ਰੋਕ ਕੇ ਮੇਰੇ ਕੋਲ ਬੜੇ ਕੋਰਸਿਸ ਹੈਗੇ ਨੇ ਬਟ ਮੈਡਵੇ ਵੱਲੋਂ ਹੁਣ ਤੱਕ ਉਹ ਗੱਲ ਨਹੀਂ ਕੀਤੀ ਗਈ ਮੈਨੂੰ ਯਾਦ ਆਇਆ ਵੀ ਇੰਟਰਨਸ਼ਿਪਸ ਤੇ ਜਿਹੜੇ ਸਕਾਲਰਸ਼ਿਪਸ ਵਾਲੇ ਕੋਰਸਿਸ ਨੇ ਉਹਦਾ ਬੱਚੇ ਦਾ ਬੜਾ ਫਾਇਦਾ ਉਹਦੇ ਵਿੱਚ ਕਿਹੜੇ ਕੋਰਸਿਸ ਹੈਗੇ ਨੇ ਕਾਫੀ ਸਾਰੇ ਕੋਰਸਿਸ ਹੈ ਇਨਫੈਕਟ ਇਹ ਸਟੂਡੈਂਟਸ ਵਾਸਤੇ ਬਹੁਤ ਵੱਡਾ ਐਡਵਾਂਟੇਜ ਆ ਤੁਸੀਂ ਸਾਨੂੰ ਅਪਰੋਚ ਕਰ ਸਕਦੇ ਹੋ ਮੈਡਵੇ ਦੇ ਆਫਿਸਿਸ ਨੂੰ ਕਾਫੀ ਸਾਰੇ ਕਾਲਜਸ ਨਿਊਜ਼ੀਲੈਂਡ ਕਾਲਜਸ ਜਿਨ੍ਹਾਂ 'ਚ ਅਸੀਂ ਕਾਫੀ ਸਾਰੇ ਨੰਬਰਸ ਭੇਜੇ ਨੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਸਾਨੂੰ ਐਕਨੋਲੇਜ ਕਰਨ ਵਾਸਤੇ ਸਕਾਲਰਸ਼ਿਪਸ ਅਨਾਉਂਸ ਕੀਤੀ ਹੈ ਫॉर ਐਗਜ਼ਾਮਪਲ ਉੱਥੇ ਆਕਲੈਂਡ 'ਚ ਤੁਹਾਡਾ ਕੁਈਨਸ ਅਕੈਡਮਿਕ ਗਰੁੱਪ ਆ ਜਾਂ ਐਨਟੈਕ ਕਾਲਜ ਆ ਉੱਥੇ ਜਿਹੜੇ ਕੈਟੇਗਰੀ 1 ਇੰਸਟੀਟਿਊਸ਼ਨਸ ਹੈ ਉਹਨਾਂ ਨੇ ਮਿਡਵੇ ਦੇ ਸਟੂਡੈਂਟ ਸਪੈਸੀਫਿਕਲੀ ਜਿਨ੍ਹਾਂ ਕੋਲ ਆਇਲ ਸਕੋਰ ਆ ਇੰਗਲਿਸ਼ ਲੈਂਗੁਏਜ ਅੱਛੀ ਕੁਆਲੀਫਿਕੇਸ਼ਨ ਆ ਅਪਡੇਟਡ ਸਭ ਕੁਝ ਹੈ ਕੁਆਲੀਫਿਕੇਸ਼ਨਸ ਹੈ ਉਹਨਾਂ ਨੂੰ ਸਕਾਲਰਸ਼ਿਪਸ ਅਨਾਉਂਸ ਕੀਤੇ ਨੇ ਤੋ ਉਹ ਕੇਸ ਟੂ ਕੇਸ ਬੇਸਿਸ ਤੇ ਅਸੀਂ ਅਸੈਸਮੈਂਟ ਕਰਕੇ ਕਾਲਜ ਨੂੰ ਦੱਸਾਂਗੇ ਕਿ ਕਿੰਨੂੰ $1000 ਦੇਣਾ ਜਾਂ $2000 ਐਡਵਾਈਸ ਕਰਨਾ ਲੇਕਿਨ ਸਕਾਲਰਸ਼ਿਪਸ ਇਸ ਟਾਈਮ ਮਾਰਕੀਟ 'ਚ ਹੈ ਤੁਸੀਂ ਜਲਦੀ ਆਪਣੀ ਪ੍ਰੋਫਾਈਲ ਸਾਡੇ ਨਾਲ ਡਿਸਕਸ ਕਰੋ ਔਰ ਇਹ ਕਾਫੀ ਫੈਬਰੂਰੀ ਇਨਟੇਕ ਜਨਵਰੀ ਇਨਟੇਕ ਵਾਸਤੇ ਕਾਫੀ ਸਾਰੇ ਹੈ ਕੋਈ ਪ੍ਰੋਪਰ ਕੋਰਸਿਸ ਵੀ ਹੈਗੇ ਇਹਨਾਂ ਲਈ ਜਾਂ ਆਲ ਆਫ ਕੋਰਸਿਸ ਸਕਾਲਰਸ਼ਿਪਸ ਜਿਹੜੇ ਆ ਉਹ ਬੇਸਿਕਲੀ ਸਾਰੇ ਕੋਰਸਿਸ ਤੇ ਆਲਮੋਸਟ ਬਿਜ਼ਨਸ ਆਈਟੀ ਹਸਪਿਟੈਲਿਟੀ ਕੁਕਰੀ ਹੈਲਥ ਰਿਲੇਟਡ ਜਿਹੜੇ ਹੈਗੇ ਨੇ ਜਿਹੜੇ ਇੰਟਰਨਸ਼ਿਪਸ ਇੱਕ ਅਲੱਗ ਚੀਜ਼ ਆ ਅਮਨਦੀਪ ਜੀ ਇੰਟਰਨਸ਼ਿਪਸ ਜਿਹੜੇ ਆ ਉਹ ਇਸ ਟਾਈਮ ਨਾ ਇੱਕ ਬਹੁਤ ਅੱਛਾ ਕਾਲਜ ਆ ਫॉर ਐਗਜ਼ਾਮਪਲ ਸਟੂਡੈਂਟਸ ਜਿਨ੍ਹਾਂ ਨੇ ਹਸਪਿਟੈਲਿਟੀ ਜਾਂ ਕੁਕਰੀ ਕੋਰਸਿਸ ਤੇ ਜਾਣਾ ਮੈਂ ਦੇਖਿਆ ਉਹਨਾਂ ਵਾਸਤੇ ਇੱਕ ਬਹੁਤ ਕੈਟੇਗਰੀ 1 ਇੰਸਟੀਟਿਊਸ਼ਨ ਆ ਆਕਲੈਂਡ ਵਿੱਚ ਜਿਨ੍ਹਾਂ ਦੇ ਕੈਂਪਸ ਹੈਮਿਲਟਨ 'ਚ ਵੀ ਆ NZMA ਨਿਊਜ਼ੀਲੈਂਡ ਮੈਨੇਜਮੈਂਟ ਅਕੈਡਮੀਜ਼ ਕੈਟੇਗਰੀ 1 ਦਾ ਕਿਵੀ ਓਨਡ ਇੰਸਟੀਟਿਊਸ਼ਨ ਆ ਠੀਕ ਹੈ ਇਹ ਕੋਰਸਸ ਸਪੈਸੀਫਿਕਲੀ ਆਫਰ ਕਰਦੇ ਨੇ ਹੋਟਲ ਮੈਨੇਜਮੈਂਟ ਦੇ ਔਰ ਇੱਕ ਕੁਕਰੀ ਦੇ ਕੋਰਸਸ ਜੀ 12th ਪਾਸ ਸਟੂਡੈਂਟ ਜਾਂ ਗ੍ਰੈਜੂਏਟ ਸਟੂਡੈਂਟ ਲੈਵਲ 6 ਕੋਰਸ NZ ਹਸਪਿਟੈਲਿਟੀ ਦਾ ਕਰ ਸਕਦਾ ਨਿਊਜ਼ੀਲੈਂਡ ਡਿਪਲੋਮਾ ਇਨ ਹਸਪਿਟੈਲਿਟੀ ਅਪਲਾਈਡ ਹਸਪਿਟੈਲਿਟੀ ਦਾ 18 ਮੰਥਸ ਦਾ ਕੋਰਸ ਆ ਉਹਦੇ ਵਿੱਚ 6 ਮਹੀਨੇ ਦਾ ਜਿਹੜਾ ਇੰਟਰਨਸ਼ਿਪ ਆ ਨਾਰਮਲੀ ਜਿਹੜੇ ਕੋਰਸਸ ਡਿਜ਼ਾਈਨ ਹੁੰਦੇ ਨੇ ਕੋਰਸ ਦੇ ਬਾਅਦ 6 ਮਹੀਨੇ ਹੁੰਦੇ ਨੇ ਜੀ ਇਹਦੇ ਵਿੱਚ ਐਡਵਾਂਟੇਜ ਇਹ ਹੈ ਕਿ ਜਿਹੜਾ 18 ਮਹੀਨੇ ਦਾ ਕੋਰਸ ਆ ਉਹਦੇ ਵਿੱਚ ਹੀ ਇੰਬੈਡਡ ਆ 6 ਮੰਥਸ ਦਾ ਵਰਕ ਇੰਟਰਨਸ਼ਿਪ ਪਲੇਸਮੈਂਟ ਇੰਟਰਨਸ਼ਿਪ ਵੀ ਨਹੀਂ ਹੈ ਉਹ ਪਲੇਸਮੈਂਟ ਵੱਲੋਂ ਇੰਸਟੀਟਿਊਟ ਵੱਲੋਂ ਵਰਕ ਪਲੇਸਮੈਂਟ ਔਰ ਗਾਰੰਟੀਡ ਉਹਦੇ ਚ ਪੇਮੈਂਟ ਜੀ ਫॉर ਐਗਜ਼ਾਮਪਲ ਉਹਦੀ ਫੀਸ ਅਗਰ $25000 ਆ ਤਾਂ ਤੁਸੀਂ $7,000 ਤੋਂ $8,000 ਜਿਹੜਾ 6 ਮਹੀਨੇ ਵਿੱਚ ਰਿਕਵਰ ਕਰ ਜਾਂਦੇ ਹੋ ਤੁਹਾਨੂੰ ਜਿਹੜਾ 2 ਸਾਲ ਦਾ ਕੋਰਸ ਨਾਰਮਲ ਇੰਸਟੀਟਿਊਸ਼ਨ ਦਾ ਜਿਹੜਾ 26-28,000 ਦਾ ਪੈਂਦਾ ਹੈ ਉਹਨਾਂ ਨੂੰ 17-18,000 ਦਾ ਪਿਆ ਔਰ ਲੌਂਗ ਸਟੱਡੀ ਐਕਸਪੀਰੀਅੰਸ ਵੀ ਹੈ ਕੈਟੇਗਰੀ 1 ਇੰਸਟੀਟਿਊਸ਼ਨ ਆ NZMA ਸਭ ਨੂੰ ਪਤਾ ਹੈ ਕਿਵੀ ਓਨਡ ਇੰਸਟੀਟਿਊਸ਼ਨ ਆ ਬਹੁਤ ਅੱਛਾ ਇਨਫਰਾਸਟ੍ਰਕਚਰ ਆ ਉਹਨਾਂ ਦਾ ਹਸਪਿਟੈਲਿਟੀ ਕੁਕਰੀ ਦਾ ਸੇਮ ਕੁਕਰੀ ਦੀ NZMA ਦੀ ਇੰਨੀ ਡਿਮਾਂਡ ਆ ਕੁਕਰੀ ਦੀ ਬਿਕਾਜ਼ ਆਫ 18 ਮੰਥਸ ਵਿੱਚ 6 ਮੰਥਸ ਦਾ ਜਿਹੜਾ ਇੰਟਰਨਸ਼ਿਪ ਆ ਉਹ ਤਾਂ ਕੋਈ ਹੋਰ ਨਹੀਂ ਦਿੰਦਾ ਨਿਊਜ਼ੀਲੈਂਡ ਵਿੱਚ ਉਹਦੇ ਵਿੱਚ ਸੀਟਸ ਟੋਟਲ ਇਹਨਾਂ ਕੋਲ ਇੰਨੀ ਲਿਮਿਟਡ ਆ ਉਹਦੇ ਵਿੱਚ ਮੈਂ ਕਿਸੇ ਤਰ੍ਹਾਂ ਸਕੁਈਜ਼ ਕਰਕੇ ਮੈਡਵੇ ਨੂੰ ਉਹਨਾਂ ਨੇ 10 ਸੀਟਾਂ ਦਿੱਤੀਆਂ ਜਿਹੜੇ ਸਕਾਲਰਸ਼ਿਪ ਵਾਲੇ ਵਾਲੇ ਸੋ ਸਕਾਲਰਸ਼ਿਪ ਇੰਟਰਨਸ਼ਿਪ ਵਾਲੇ ਬੱਚਿਆਂ ਨੂੰ ਮੈਂ ਜ਼ਰੂਰ ਕਹੂੰਗਾ ਬਿਲਕੁਲ ਬੱਚੇ ਦਾ ਇਹਦੇ ਵਿੱਚ ਫਾਇਦਾ ਵੀ ਹੈ ਇੱਕ ਚੰਗੇ ਇੰਸਟੀਚਿਊਟਸ ਪੜ੍ਹਨ ਦਾ ਮੌਕਾ ਵੀ ਮਿਲ ਰਿਹਾ ਘੱਟ ਫੀਸ ਦੇ ਵਿੱਚ ਨਾਲ ਐਕਸਪੀਰੀਅੰਸ ਤੇ ਪੇਡ ਇੰਟਰਨਸ਼ਿਪ ਦੇ ਨਾਲ ਉਹਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਸਮਾਂ ਮੇਰੇ ਖਿਆਲ ਆਲਮੋਸਟ ਪੂਰਾ ਹੋ ਚੁੱਕਾ ਜਾਂਦੇ ਬਟ ਇੱਕ ਸਵਾਲ ਪੁੱਛਣਾ ਚਾਹੁੰਦਾ ਜਿਹੜਾ ਇਹਨਾਂ ਦਾ ਐਕਸਪੀਰੀਅੰਸ ਰਿਹਾ ਅੱਜ ਤੱਕ ਮੈਡਵੇ ਦਾ ਜਗਜੀਤ ਜੀ ਦਾ
ਸਕਿਲਡ ਕੋਰਸਿਸ ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ ਬੱਚੇ ਨੂੰ ਲੈਣੇ ਚਾਹੀਦੇ ਆ ਜਾਂ ਕੋਈ ਫਰਕ ਨਹੀਂ ਪੈਂਦਾ ਜਿਹੜਾ ਮਰਜ਼ੀ ਕੋਰਸ ਲੈ ਲੇ ਬੱਚਾ? ਸੋ ਆਈ ਥਿੰਕ ਸਭ ਤੋਂ ਇੰਪੋਰਟੈਂਟ ਚੀਜ਼ ਅਮਨਦੀਪ ਜੀ ਕਿ ਰੈਲੇਵੈਂਟ ਕੋਰਸ ਲੈਣਾ ਇੰਪੋਰਟੈਂਟ ਹੈ। ਸਕਿਲਡ ਕੋਰਸਸ ਜ਼ਰੂਰੀ ਨਹੀਂ ਹੈ, ਬਟ ਸਕਿਲਡ ਕੋਰਸਸ ਆਬਵੀਅਸਲੀ ਤੁਹਾਨੂੰ ਅੱਛੇ ਸਕਿੱਲਸ ਦਿੰਦੇ ਨੇ ਜਿਹੜੇ ਲੇਟਰ ਔਨ ਜਾ ਕੇ ਤੁਸੀਂ PR ਵਾਸਤੇ ਵੀ ਅਪਲਾਈ ਕਰ ਸਕਦੇ ਹੋ ਜੀ। ਬਟ ਫਿਰ ਵੀ ਮੇਰੀ ਐਡਵਾਈਸ ਇਹ ਰਹੇਗੀ ਜੋ ਤੁਹਾਡਾ ਇੰਟਰਸਟ ਏਰੀਆ ਹੈ, ਜੋ ਰਿਲੇਵੈਂਟ ਬੰਦਾ ਹੈ, ਜਿਹੜਾ ਪ੍ਰੀਵੀਅਸ ਕੁਆਲੀਫਿਕੇਸ਼ਨ ਉਹਨੂੰ ਚੂਜ਼ ਕਰੋ। ਬਾਕੀ ਸਕਿਲਡ ਕੋਰਸਸ ਬਹੁਤ ਸਾਰੇ ਹੈਗੇ ਨੇ, ਵਿਰਾਕੀ ਕੋਲ ਹੈ, NMIT ਕੋਲ ਹੈ, ਜਾਂ ਵੈਲਟੈਕ ਕੋਲ ਹੈ, ਵਿੰਟੈਕ ਕੋਲ ਹੈ, ਬਾਕੀ ਸਾਰੇ ਬਹੁਤ ਸਾਰੀ ਓਪਰਚੁਨਿਟੀਜ਼। ਸੋ ਨੰਬਰ ਆਫ ਕੋਰਸਿਸ, ਨੰਬਰ ਆਫ ਆਪਸ਼ਨਸ ਬੱਚਿਆਂ ਲਈ ਹੈਗੀਆਂ ਨੇ। ਅਸੈਸਮੈਂਟ ਲਈ ਮੈਡਵੇ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ। ਸਾਡੇ ਲਈ ਬਾਉਂਡੇਸ਼ਨ ਹਮੇਸ਼ਾ ਹੀ ਸਮਝਦੀ ਰਹੀ ਹੈ। ਬਹੁਤ ਵਧੀਆ ਡਿਸਕਸ਼ਨ ਚੱਲ ਰਹੀ ਸੀ, ਬਟ ਇਹਨੂੰ ਹੀ ਕੰਟੀਨਿਊ ਕਰਾਂਗੇ। ਅੱਗੇ ਵੀ ਇਨਫੋਰਮੇਸ਼ਨ ਨਿਊਜ਼ੀਲੈਂਡ ਬਾਰੇ ਹੀ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ, ਬਟ ਅੱਜ ਸ਼ੋਅ ਨੂੰ ਇੱਥੇ ਖਤਮ ਕਰਨਾ ਪੈਣਾ। ਨੈਕਸਟ ਸ਼ੋਅ ਦੇ ਵਿੱਚ ਇਹੀ ਸ਼ੋਅ ਨੂੰ ਕੰਟੀਨਿਊਟੀ ਕਰਦੇ ਹੋਏ ਜਿਹੜੇ ਵੀ ਅੱਗੇ ਗੱਲਾਂ ਰਹਿ ਗਈਆਂ ਕੋਰਸਿਸ ਬਾਰੇ ਹੋਰ ਵੀ ਸਾਂਝੇ ਕਰਾਂਗੇ ਜਗਜੀਤ ਜੀ ਨਾਲ। ਬਟ ਉਦੋਂ ਤੱਕ ਤੁਹਾਡੇ ਤੋਂ ਵੀ ਇਜਾਜ਼ਤ ਲਈਏ, ਜਗਜੀਤ ਜੀ ਤੋਂ ਵੀ। ਜਗਜੀਤ ਜੀ ਬਹੁਤ ਬਹੁਤ ਧੰਨਵਾਦ ਅੱਜ ਦੇ ਸ਼ੋਅ ਦੇ ਜਾਣ ਲਈ। ਧੰਨਵਾਦ ਸਾਰੇ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ, ਜਿਨ੍ਹਾਂ ਸਦਕਾ ਸ਼ੋਅ ਤੁਹਾਡੇ ਤੱਕ ਪਹੁੰਚ ਰਿਹਾ। ਅੱਜ ਦੇ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ। ਆਪਣੇ ਦੋਸਤਾਂ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।